ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਖੋ ਆਪਣੀ ਸਰਣ ਪ੍ਰਭ, ਮੋਹਿ ਕਿਰਪਾ ਧਾਰੇ। ਸੇਵਾ ਕਛੂ ਨ ਜਾਣਉ, ਨੀਚ ਮੂਰਖਾਰੇ। ਮਾਨ ਕਰਾਉ ਤੁਧ ਉਪਰੇ, ਮੇਰੇ ਪ੍ਰੀਤਮ ਪਿਆਰੇ। ਹਮ ਅਪਰਾਧੀ ਸਦ ਭੂਲ ਤੇ, ਤੁਮ ਬਖਸ਼ਨ ਹਾਰੇ। ਹਮ ਅਵਗਨ ਕਰਹਿ ਅਸੰਖ ਨੀਤ, ਤੁਮ ਨਿਰਗੁਣ ਦਾਤਾਰੇ। ਦਾਸੀ ਸੰਗਤ ਪ੍ਰਭੂ ਤਿਆਗ, ਏ ਕਰਮ ਹਮਾਰੇ। ਤੁਮ ਦੇਵ ਹੋ ਸਭ ਕਿਛ ਦਇਆ ਧਾਰ, ਹਮ ਅਕਰਤ ਕਨਾਰੇ। ਲਾਗ ਪਰੇ ਤੇਰੇ ਦਾਨ ਸਿਉ, ਨਹਿ ਚਿਤ ਖਸਮਾਰੇ। ਤੁਝ ਤੇ ਬਾਹਰ ਕਿਛ ਨਹੀਂ, ਭਵ ਕਾਟਨ ਹਾਰੇ। ਕਹੋ ਨਾਨਕ ਸਰਣ ਦਇਆਲ ਗੁਰ, ਲੇਹੋ ਮੁਗਧ ਉਧਾਰੇ। ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲਸਾਰ। ਧਨ ਸੋ ਦਿਨ ਸੋ ਸੰਜੋਗੜਾ, ਜਿਤ ਡਿਠਾ ਗੁਰ ਦਰਸਾਰ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਗ ਗੂਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਉ ਕਰਉ ਗੁਰ ਪਾਸ। ਹਮ ਕੀਰੇ ਕਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਹਰ ਕੇ ਜਨ ਸਤਿਗੁਰ ਸਤਿਪੁਰਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ, ਚਬਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਧੁਰ ਕੀ ਅਕਾਲੀ ਬਾਣੀ ਦੀ ਲੜੀਵਾਰ ਵਿਚਾਰ ਨੂੰ ਅੱਗੇ ਤੋਰਦਿਆਂ ਹੋਇਆਂ, ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਮੁਬਾਰਕ ਬਚਨਾਂ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ। ਉਥਾਨਕਾ ਹੈ ਇਸ ਸ਼ਬਦ ਦੀ ਕਿ ਇੱਕ ਵਾਰੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੂੰ ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ ਸੀ ਕਿ ਮਹਾਰਾਜ, ਜਦੋਂ ਆਪ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਦਾਤਾ ਜੀ ਨੂੰ ਆ ਕੇ ਮਿਲੇ ਸੀ ਤਾਂ ਉਹਨਾਂ ਦੇ ਪਾਸ ਰਹਿ ਕੇ ਸੇਵਾ ਕਮਾ ਕੇ ਜਦੋਂ ਉਹਨਾਂ ਦੀ ਪ੍ਰਸੰਨਤਾ ਹੋਈ ਤਾਂ ਉਸ ਵੇਲੇ ਆਪ ਜੀ ਨੇ ਉਹਨਾਂ ਦੇ ਪਾਸੋਂ ਕੀ ਦਾਤ ਮੰਗੀ ਸੀ। ਤਾਂ ਸਤਿਗੁਰੂ ਮਹਾਰਾਜ ਸਿੱਖਾਂ ਨੂੰ ਉਪਦੇਸ਼ ਦਿੰਦੇ ਹੋਏ, ਪ੍ਰੇਰਨਾ ਦਿੰਦੇ ਹੋਏ ਇਹ ਬਚਨ ਉਚਾਰਨ ਕੀਤੇ ਨੇ ਕਿ ਅਸੀਂ ਤਾਂ ਆਪਣੇ ਸਤਿਗੁਰੂ ਦੇ ਪਾਸੋਂ ਇਹ ਦਾਤ ਮੰਗੀ ਸੀ। ਗੂਜਰੀ ਮਹੱਲਾ ਚੌਥਾ। ਗੂਜਰੀ ਰਾਗ ਹੈ ਤੇ ਮਹੱਲਾ ਸਰੂਪ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਚੌਥਾ, ਜਾਮਾ ਸ਼੍ਰੀ ਗੁਰੂ ਰਾਮਦਾਸ ਜੀ ਦਾ, ਜੋਤ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਵਾਲੀ। ਹਜ਼ੂਰ ਬਚਨ ਫਰਮਾਉਂਦੇ ਨੇ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਉ ਕਰਉ ਗੁਰ ਪਾਸ। ਸਤਿਗੁਰੂ ਮਹਾਰਾਜ ਦੇ ਤਿੰਨ ਸਰੂਪ ਇੱਥੇ ਬਿਆਨ ਕੀਤੇ ਹਨ। ਹਰ ਕੇ ਜਨ, ਹਰੀ ਦੇ ਜਨ ਹਨ ਸਤਿਗੁਰੂ ਜੀ, ਕਿਉਂਕਿ ਆਪ ਦਸਾਂ ਜਾਮਿਆਂ ਵਿੱਚ ਸਤਿਗੁਰਾਂ ਨੇ ਭਗਤੀ ਭਾਵਨਾ ਵਾਲੇ ਬਚਨ ਉਚਾਰਨ ਕੀਤੇ ਹਨ। ਆਪ ਪਹਿਲੇ ਜਾਮੇ ਤੋਂ ਲੈ ਕੇ ਰੋਜ਼ ਅੰਮ੍ਰਿਤ ਵੇਲੇ ਦਾ ਇਸ਼ਨਾਨ, ਨਿਤਨੇਮ, ਕੀਰਤਨ ਸੁਣਨਾ ਕਰਨਾ, ਵਾਹਿਗੁਰੂ ਦੀ ਭਗਤੀ ਆਪ ਜੋ ਸਿੱਖਾਂ ਤੋਂ ਕਰਾਉਣੀ ਸੀ, ਖੁਦ ਸਤਿਗੁਰਾਂ ਨੇ ਕਰ ਕਰਕੇ ਦੱਸੀ। ਪ੍ਰੈਕਟੀਕਲ ਤੌਰ 'ਤੇ, ਅਮਲੀ ਤੌਰ 'ਤੇ ਸਤਿਗੁਰੂ ਜੀ ਨੇ ਉਸ ਤਰ੍ਹਾਂ ਦਾ ਜੀਵਨ ਬਤੀਤ ਕੀਤਾ ਜੋ ਸਿੱਖਾਂ ਨੂੰ ਸਿਖਾਉਣਾ ਸੀ। ਇਸ ਕਰਕੇ ਕਿਉਂਕਿ ਭਗਤ ਰੂਪ ਵਿੱਚ ਹਨ ਸਤਿਗੁਰੂ ਜੀ, ਤਾਂ ਹਰੀ ਦੇ ਜਨ ਸਦਵਾਏ ਨੇ। ਸਤਿਗੁਰ, ਸਤ ਉਪਦੇਸ਼ਟਾ ਹੋਣ ਕਰਕੇ। ਸਤਿਗੁਰੂ ਉਹ ਹੁੰਦਾ ਹੈ ਜੋ ਸਤ ਨਾਸ ਤੋਂ ਰਹਿਤ ਹੋਵੇ, ਕਿਉਂਕਿ ਸਤਿਗੁਰ ਮੇਰਾ ਸਦਾ ਸਦਾ, ਨਾ ਆਵੈ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਸਤਿਗੁਰੂ ਜੀ ਸਰੀਰ ਨਹੀਂ ਹਨ ਜਿਹੜਾ
ਇਹ ਬਚਨ ਆਪਾਂ ਕਰਦੇ ਹਾਂ ਕਿ ਫਲਾਨਾ ਦੇਹਧਾਰੀ ਗੁਰੂ ਨੂੰ ਮੰਨਦਾ ਹੈ। ਅਸਲ ਵਿੱਚ ਉਹ ਦੇਹਧਾਰੀ ਗੁਰੂ ਨੂੰ ਨਹੀਂ ਮੰਨਦੇ ਲੋਕ, ਉਹ ਦੇਹ ਨੂੰ ਗੁਰੂ ਮੰਨ ਰਹੇ ਨੇ। ਦੇਹਧਾਰੀ ਤਾਂ ਗੁਰੂ ਹੁੰਦਾ। 10 ਗੁਰੂ ਸਾਹਿਬਾਨਾਂ ਨੇ ਦੇਹਾਂ ਧਾਰਨ ਕੀਤੀਆਂ। ਸਾਡੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ 10 ਜਾਮੇ ਧਾਰਨ ਕੀਤੇ ਹਨ। ਉਹ ਦੇਹਾਂ ਹੀ ਸਨ, ਜਾਮੇ ਸਰੀਰ ਸਨ। ਦੇਹ ਦੇ ਵਿੱਚ ਗੁਰੂ ਸੀ, ਭਾਵ ਜੋਤ ਨਿਰੰਕਾਰ ਦੀ ਜੋ ਗੁਰੂ ਸਦਵਾਏ। ਸੋ ਇਸ ਪ੍ਰਕਾਰ ਸਤਿਗੁਰੂ ਦੇਹ ਨਹੀਂ ਹਨ, ਜੋਤ ਹਨ। ਔਰ ਉਹ ਜੋਤ ਜਿਸ ਦਾ ਪ੍ਰਮਾਤਮਾ ਨਾਲ ਅਵਿਰਲ ਮਿਲਾਪ ਹੈ, ਜਿਸ ਮਿਲਾਪ ਵਿੱਚ ਭੋਰਾ ਵੀ ਵਿਰਲ ਨਹੀਂ, ਵਿੱਥ ਨਹੀਂ ਪਈ। ਆਮ ਜਿਹੜੇ ਸਾਧੂ ਸੰਤ ਨੇ ਉਹ ਹੁੰਦੇ ਨੇ ਜੋ ਜੀਵ ਕੋਟੀ ਤੋਂ ਤਰੱਕੀ ਕਰਕੇ, ਪਰਮਾਰਥ ਦੀ ਕਮਾਈ ਕਰਕੇ ਫਿਰ ਪਰਮਾਤਮਾ ਵਿੱਚ ਅਭੇਦ ਹੁੰਦੇ ਹਨ ਬ੍ਰਹਮ ਗਿਆਨ ਦੀ ਅਵਸਥਾ 'ਚ। ਪਰ ਸਤਿਗੁਰੂ ਜੀ ਉਹ ਸਰੂਪ ਨੇ ਕਿ ਜਿਨ੍ਹਾਂ ਦਾ ਪਰਮਾਤਮਾ ਤੋਂ ਵਿਛੋੜਾ ਨਹੀਂ ਪਿਆ, ਉਸ ਨੂੰ ਗੁਰੂ ਕਿਹਾ ਜਾਂਦਾ। ਸਤਿਗੁਰੂ ਨਾਨਕ ਦੇਵ ਜੀ ਪਰਮਾਤਮਾ ਦਾ ਸਰਗੁਣ ਰੂਪ ਹਨ। ਇਸ ਕਰਕੇ ਤੇ ਜਦੋਂ ਉਹ ਸਰੀਰ ਧਾਰੀ ਹਨ, ਉਦੋਂ ਵੀ ਤੇ ਪਹਿਲਾਂ ਵੀ ਤੇ ਬਾਅਦ ਵਿੱਚ ਵੀ ਜੋਤ ਸਰੂਪ ਹਨ। ਇਸ ਕਰਕੇ ਨਾਸ ਤੋਂ ਰਹਿਤ ਹਨ। ਗੋ ਨਾਮ ਹਨੇਰੇ ਦਾ, ਰੂ ਨਾਮ ਪ੍ਰਕਾਸ਼ ਦਾ। ਜਿਹੜਾ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰਕੇ ਗਿਆਨ ਦਾ ਪ੍ਰਕਾਸ਼ ਕਰ ਸਕਣ ਦੀ ਸਮਰੱਥਾ ਰੱਖਦਾ ਹੋਵੇ, ਉਸ ਨੂੰ ਕਿਹਾ ਜਾਂਦਾ ਸਤਿਗੁਰੂ। ਆਮ ਤੌਰ 'ਤੇ ਹਿੰਦੁਸਤਾਨ ਦੇ ਅੰਦਰ ਜੋ ਪੁਰਾਤਨ ਧਰਮ ਹੈ, ਸਨਾਤਨ ਮਤ, ਵੈਦਿਕ ਮਤ, ਉਸ ਮਤ ਦੇ ਅੰਦਰ ਥੋੜ੍ਹੀ ਬਹੁਤੀ ਵਿੱਦਿਆ ਪੜ੍ਹਾਉਣ ਵਾਲੇ ਨੂੰ ਵੀ ਵਿੱਦਿਆ ਗੁਰੂ ਕਿਹਾ ਜਾਂਦਾ। ਹੋਰ ਜਿਸ ਨੇ ਕੋਈ ਰਾਜਨੀਤੀ ਸਿਖਾਈ ਹੈ ਉਹਨੂੰ ਰਾਜਨੀਤਿਕ ਗੁਰੂ ਮੰਨ ਲੈਂਦੇ ਨੇ। ਛੋਟੀ ਮੋਟੀ ਕਲਾ ਦੱਸਣ ਵਾਲਾ, ਜਾਚ ਦੱਸਣ ਵਾਲਾ, ਉਸਤਾਦ ਮਾਤਰ, ਉਹਨੂੰ ਵੀ ਗੁਰੂ ਕਹਿੰਦੇ ਨੇ। ਪਰ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਵਿੱਚ ਜਦੋਂ ਸਤਿਗੁਰੂ ਸ਼ਬਦ ਆਏਗਾ ਤੇ ਇਹ 10 ਸਤਿਗੁਰਾਂ ਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਚਕ ਹੋਵੇਗਾ। ਕਿਉਂਕਿ ਸਤਿਗੁਰੂ ਵਰਗਾ ਨਾ ਕੋਈ ਪਹਿਲਾਂ ਸੀ, ਨਾ ਅੱਜ, ਨਾ ਅੱਗੇ ਨੂੰ ਹੋਵੇਗਾ। ਇਸ ਕਰਕੇ ਆਪ ਜੀ ਦੀ ਬਰਾਬਰਤਾ ਕਰਨ ਵਾਲਾ ਕੋਈ ਨਹੀਂ, ਨਾ ਇਹ ਕਿਸੇ ਹੋਰ ਦਾ ਵਾਚਕ ਸ਼ਬਦ ਹੀ ਹੈ। ਔਰ ਦੱਸ ਰਹੇ ਨੇ ਗੁਰੂ ਰਾਮਦਾਸ ਮਹਾਰਾਜ ਸੰਬੋਧਨ ਕਰਕੇ ਸਤਿਗੁਰੂ ਅਮਰਦਾਸ ਮਹਾਰਾਜ ਨੂੰ ਕਿ ਤੁਸੀਂ ਹਰੀ ਦੇ ਜਨ ਵੀ ਹੋ, ਸਤਿਗੁਰੂ ਹੋ, ਸਤ ਉਪਦੇਸ਼ਟਾ, ਨਾਸ ਤੋਂ ਰਹਿਤ, ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲੇ। ਔਰ ਇਸੇ ਤਰ੍ਹਾਂ ਗੁਰਨਾਮ ਚੇਤਨ ਸਰੂਪ ਦਾ ਹੈ। ਆਪ ਜੀ ਸਰੀਰ ਨਹੀਂ, ਚੇਤਨ ਸਰੂਪ ਹੋ। ਜਿਵੇਂ ਪ੍ਰਮਾਤਮਾ ਨੂੰ ਸਤ ਚੇਤਨ ਆਨੰਦ ਸਰੂਪ ਕਿਹਾ ਜਾਂਦਾ। ਔਰ ਇਸੇ ਪ੍ਰਕਾਰ ਗੁਰਨਾਮ ਵੱਡੇ ਦਾ, ਬਹੁਤ ਵੱਡੇ ਹੋ। ਸਤਿਪੁਰਖਾ, ਸਤਿਪੁਰਖ ਬਾਣੀ ਵਿੱਚ ਅਕਾਲ ਪੁਰਖ ਦਾ ਵਾਚਕ ਵੀ ਆਇਆ। ਜਿਵੇਂ ਬਚਨ ਹਨ, ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਜਿਨ੍ਹਾਂ ਨੇ ਸਤਿਪੁਰਖ ਪਰਮਾਤਮਾ ਨੂੰ ਜਾਣ ਲਿਆ, ਉਹਨਾਂ ਦਾ ਨਾਮ ਹੈ ਸਤਿਗੁਰੂ। ਹੁਣ ਸਤਿਗੁਰੂ ਹਨ ਸਰੀਰਕ ਤੌਰ 'ਤੇ, ਸਰੀਰ ਜਾਮਾ ਧਾਰਨ ਕਰਕੇ ਸੰਸਾਰ ਦੀ ਕਲਿਆਣ ਕਰ ਰਹੇ ਨੇ, ਗੁਰੂ ਰੂਪ ਹੋ ਕੇ ਉਪਦੇਸ਼ ਦੇ ਕੇ ਬਖਸ਼ਿਸ਼ਾਂ ਵੀ ਕਰ ਰਹੇ ਨੇ। ਤੇ ਸਤਿਪੁਰਖ ਪਰਮੇਸ਼ਰ ਵਿੱਚ ਅਭੇਦ ਹਨ, ਕੋਈ ਵਖਰੇਵਾਂ ਨਹੀਂ, ਕੋਈ ਵੱਖਰਾ ਸਰੂਪ ਨਹੀਂ ਹੈ। ਇਸ ਕਰਕੇ ਸਤਿਪੁਰਖ ਵੀ ਕਹਿ ਲਿਆ ਜਾਏ ਤੇ ਕਹਿੰਦੇ ਕੋਈ ਅਤ ਕਥਨੀ ਨਹੀਂ। ਇਹ ਹਰੀ ਦੇ ਜਨ ਭਗਤ ਸਤਿਗੁਰੂ ਤੇ ਸਤਿਪੁਰਖ ਸਰੂਪ ਸਾਡੇ ਦਾਤਾ ਜੀ, ਬਿਨੋ ਕਰੋ ਗੁਰ ਪਾਸ। ਇਹ ਗੁਰੂ ਸਾਹਿਬ ਜੀ, ਆਪ ਜੀ ਦੇ ਪਾਸ, ਆਪ ਜੀ ਦੇ ਚਰਨਾਂ ਵਿੱਚ ਦਾਸ, ਤੁਹਾਡਾ ਸੇਵਕ ਇੱਕ ਬੇਨਤੀ ਕਰਦਾ ਹੈ। ਹਮ ਕੀੜੇ ਕਿਰਮ ਸਤਿਗੁਰ ਸਰਣਾਈ। ਅਸੀਂ ਤੁੱਛ ਕੀੜੇ ਹਾਂ। ਇੱਕ ਕੀੜੇ ਹੁੰਦੇ ਨੇ ਧਰਤੀ 'ਤੇ ਆਮ ਤੁਰੇ ਫਿਰਦੇ, ਇੱਕ ਕਿਰਮ ਹੁੰਦੇ ਜਿਹੜੇ ਫਲ ਫਰੂਟਾਂ ਸਬਜ਼ੀਆਂ ਵਿੱਚ ਪੈ ਜਾਂਦੇ ਨੇ। ਸੋ ਇਸ ਪ੍ਰਕਾਰ ਉਹ ਬਹੁਤੇ ਛੋਟੇ ਹੁੰਦੇ ਨੇ। ਇੱਥੇ ਇਹ ਕੀੜੇ ਕਿਰਮ ਕਹਿਣ ਤੋਂ ਭਾਵ ਹੈ ਕਿ ਅਸੀਂ ਬਹੁਤ ਛੋਟੇ ਹਾਂ। ਜਿਹੜੇ ਤੁਹਾਡੇ ਦਾਸ ਹਨ, ਉਹਨਾਂ ਦਾਸਾਂ ਦੇ ਵੀ ਦਾਸ ਹਾਂ। ਅਸੀਂ ਬਹੁਤ ਹੀ ਨਿਮਾਣੇ, ਨਤਾਣੇ, ਨਿਗੂਣੇ। ਹੇ ਸੱਚੇ ਸਤਿਗੁਰੂ ਜੀ, ਤੁਹਾਡੀ ਸ਼ਰਨ ਵਿੱਚ ਸਿਰਫ ਆਏ ਹਾਂ। ਹੋਰ ਅਸੀਂ ਹੈ ਕੁਛ ਨਹੀਂ, ਅਸੀਂ ਤੁਹਾਡੀ ਸ਼ਰਨ 'ਚ ਆਏ ਹਾਂ। ਕਿਉਂਕਿ ਜਿਹੜਾ ਗੁਰਮਤਿ ਦਾ ਸਿਧਾਂਤ ਹੈ ਉਹ ਨਿਮਰਤਾ ਦਾ ਹੈ।
ਹਰ ਜੀਉ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵਹਿ। ਅਹੰਕਾਰ ਮੋਏ ਸੇ ਵਿਗਤੀ ਗਏ, ਮਰ ਜਨਮਹਿ ਫਿਰ ਆਵੈ। ਬੜੇ ਬੜੇ ਸਾਧਨ ਲੋਕਾਂ ਨੇ ਕੀਤੇ, ਪਰ ਮਨ ਨੀਵਾਂ ਨਾ ਹੋਇਆ, ਹੰਕਾਰ ਨਾ ਮਿਟਿਆ ਤੇ ਕੀਤੇ ਸਾਧਨ ਵੀ ਵਿਅਰਥ ਚਲੇ ਗਏ। ਬੜੀ ਬੜੀ ਤਪੱਸਿਆ, ਬੜਾ ਬੜਾ ਯੋਗਾ ਅਭਿਆਸ, ਬੜਾ ਬੜਾ ਦਾਨ, ਬੜੇ ਤੀਰਥਾਂ ਦੇ ਇਸ਼ਨਾਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ। ਨਾਨਕ ਨਿਹਫਲ ਜਾਤ ਤਿਹ, ਜਿਉ ਕੁੰਚਰ ਇਸਨਾਨ। ਗਜ ਹਸਤੀ ਮਲ ਨਾ ਵਾਲੀਐ, ਸਿਰ ਭੀ ਫਿਰ ਪਾਵੈ ਸ਼ਾਰ। ਹਾਥੀ ਨੂੰ ਜਿੰਨਾ ਮਰਜ਼ੀ ਮਲ ਮਲ ਕੇ ਨਵਾਓ ਤੇ ਫਿਰ ਵੀ ਉਹ ਆਪਣੇ ਉੱਪਰ ਮਿੱਟੀ ਪਾਉਂਦਾ। ਠੀਕ ਇਸੇ ਤਰ੍ਹਾਂ ਹੀ ਜਿਹੜੇ ਹੋਰ ਸਾਧਨ ਲੋਕਾਂ ਨੇ ਕੀਤੇ, ਗੁਮਾਨ ਨਾ ਮਿਟਣ ਕਰਕੇ, ਹੰਕਾਰ ਨਾ ਮਿਟਣ ਕਰਕੇ ਕੀਤੇ ਸਾਧਨ ਵਿਅਰਥ ਗਏ। ਉਸ ਵਿਅਕਤੀ ਨੂੰ ਮੂਰਖ ਹੀ ਕਿਹਾ ਜਾਏਗਾ ਜੋ ਮਿਹਨਤ ਮਸ਼ੱਕਤ ਬਹੁਤ ਕਰੇ, ਕੰਮ ਬੜਾ ਕਰੇ, ਪਰ ਉਹਦੀ ਕੀਤੀ ਮਿਹਨਤ ਵਿਅਰਥ ਚਲੀ ਜਾਏ। ਆਪਣੀ ਕਿਸੇ ਗਲਤੀ ਕਰਕੇ, ਉਹ ਮਿਹਨਤ ਕਰਕੇ ਜੋ ਖੱਟਿਆ ਕਮਾਇਆ ਵਿਅਰਥ ਗਵਾ ਦੇ, ਤੇ ਉਹਨੂੰ ਕੋਈ ਵੀ ਸਿਆਣਾ ਨਹੀਂ ਕਹੇਗਾ, ਉਹਨੂੰ ਮੂਰਖ ਹੀ ਕਹਿਣਗੇ ਸਾਰੇ। ਠੀਕ ਇਸੇ ਤਰ੍ਹਾਂ ਇਹ ਜੋ ਪਰਮਾਰਥ ਦਾ ਮਾਰਗ ਸਤਿਗੁਰੂ ਨੇ ਦੱਸਿਆ, ਇਹਦੇ ਵਿੱਚ ਗਰੀਬੀ ਪ੍ਰਧਾਨ ਹੈ। ਸਤਿਗੁਰੂ ਜੀ ਨੇ ਕਿਹਾ ਹੈ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ। ਇਸ ਆਗੇ ਕੋ ਨਾ ਟਿਕੈ ਵੇਕਾਰੀ, ਗੁਰਪੂਰ ਹੈ ਇਹ ਗੱਲ ਸਾਰੀ। ਭਾਈ ਗੁਰਦਾਸ ਜੀ ਨੇ ਵੀ ਸਤਿਗੁਰਾਂ ਬਾਰੇ ਕਿਹਾ ਹੈ ਕਿ ਬਾਬਾ ਪੈਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਗਰੀਬੀ ਤੋਂ ਭਾਵ ਹੈ ਨਿਰਮਾਣਤਾ, ਨਿਮਰਤਾ। ਇਸ ਤਰ੍ਹਾਂ ਵੱਡੇ ਬਣ ਕੇ ਬਹਿਣ ਨਾਲ ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਨਹੀਂ ਹੁੰਦੀਆਂ। ਮਨੁੱਖ ਦਾ ਸੁਭਾਅ ਹੈ ਆਪਣੀ ਹੋਂਦ ਬਣਾਉਣ ਵਿੱਚ ਲੱਗਾ ਹੋਇਆ। ਸੰਸਾਰੀ ਬਿਰਤੀ ਵਾਲਾ ਮਨੁੱਖ ਦੁਨੀਆ ਵਿੱਚ ਵਧਣਾ ਇਸ ਗੱਲ ਨੂੰ ਕਹਿੰਦਾ ਜਿਸ ਤਰ੍ਹਾਂ ਉਹਦਾ ਨਾਮਣਾ ਬਣੇ। ਪਿੰਡ ਦਾ ਪੰਚ, ਸਰਪੰਚ, ਹੋਰ ਉੱਚੀ ਡਿਗਰੀ, ਹੋਰ ਉੱਚੀ ਡਿਗਰੀ, ਅਹੁਦਾ, ਦੁਨੀਆ ਵਿੱਚ ਮੇਰਾ ਨਾਮ। ਇਹ ਸੰਸਾਰ ਵਿੱਚ ਜਾਣ ਦਾ ਮਾਰਗ ਹੈ, ਜੰਮਣ ਮਰਨ ਵਿੱਚ ਪੈਣ ਵਾਲਾ ਰਾਹ। ਜਿਹੜਾ ਪਰਮਾਰਥ ਦਾ ਮਾਰਗ ਹੈ ਉਹਦੇ ਵਿੱਚ ਆਪਣੀ ਹੋਂਦ ਮਿਟਾਉਣਾ, ਹੋਂਦ ਮਿਟਾ ਕੇ ਹੀ ਪਰਮੇਸ਼ਰ ਦੀ ਬਖਸ਼ਿਸ਼ ਹਾਸਲ ਕਰ ਸਕਦਾ। ਸਤਿਗੁਰੂ ਨੂੰ, ਅਕਾਲ ਪੁਰਖ ਨੂੰ ਹੰਕਾਰ ਨਹੀਂ ਪਾਉਂਦਾ। ਜਿਵੇਂ ਕ੍ਰਿਸ਼ਨ ਜੀ ਆਏ ਸੀ, ਦੁਰਯੋਧਨ ਦੀ ਸਭਾ 'ਚ ਆਉਣਾ ਸੀ, ਤੇ ਦੁਰਯੋਧਨ ਨੇ ਖਿਆਲ ਕੀਤਾ ਵੀ ਜੇ ਮੈਂ ਕ੍ਰਿਸ਼ਨ ਜੀ ਦੇ ਆਉਣ ਤੇ ਉੱਠ ਕੇ ਖੜਾ ਹੋਇਆ ਤੇ ਫਿਰ ਕ੍ਰਿਸ਼ਨ ਜੀ ਵੱਡੇ ਤੇ ਮੈਂ ਨੀਵਾਂ। ਜੇ ਉਹਨਾਂ ਦਾ ਆਦਰ ਨਾ ਕੀਤਾ ਅਖੌਤੀ ਤੌਰ ਤੇ ਫਿਰ ਉਹ ਨਾਰਾਜ਼ ਹੋ ਜਾਣਗੇ। ਤੇ ਮੈਂ ਇੰਜ ਕਰਦਾ ਹਾਂ ਕਿ ਮੈਂ ਘੋੜਿਆਂ ਹਾਥੀਆਂ ਦੇ ਤਬੇਲੇ ਵੱਲ ਨੂੰ ਚਲਾ ਜਾਣਾ, ਉੱਥੇ ਬਾਹਰੇ ਬਾਹਰ ਹੀ ਮਿਲ ਕੇ ਤੇ ਉਹਨਾਂ ਨੂੰ ਤੋਰ ਦਿਆਂਗਾ। ਦੋਵੇਂ ਗੱਲਾਂ ਰਹਿ ਜਾਣਗੀਆਂ, ਭਾਵਨਾ ਅੰਦਰ ਕੋਈ ਨਹੀਂ ਸੀ। ਤਾਂ ਫਿਰ ਕ੍ਰਿਸ਼ਨ ਜੀ ਅੰਤਰਜਾਮੀ ਹੋਣ ਕਰਕੇ ਬਿਦਰ ਜਿਹੜਾ ਗਰੀਬ ਦਾਸੀ ਮਾਈ ਦਾ ਪੁੱਤ ਸੀ, ਉਹਦੇ ਘਰ ਜਾ ਕੇ ਝੁੱਗੀ 'ਚ ਰਾਤ ਗੁਜ਼ਾਰੀ, ਅਲੂਣਾ ਸਾਗ ਖਾਧਾ। ਇਹ ਦ੍ਰਿਸ਼ਟਾਂਤ ਦਿੱਤਾ ਭਾਈ ਗੁਰਦਾਸ ਨੇ ਵੀ ਆਇਆ ਸੁਣਿਆ ਬਿਦਰਦੈ ਬੋਲੇ, ਦੁਰਯੋਧਨ ਹੋਏ ਰੁੱਖਾ। ਘਰ ਅਸਾਡੇ ਛੱਡ ਕੇ, ਗੋਲੇ ਦੇ ਘਰ ਜਾਹੇ ਕੇ ਸੁੱਖਾ। ਭੀਸ਼ਮ ਦਰੋਣਾ ਕਰਨ ਤਜ, ਸਭਾ ਸ਼ਿਗਾਰ ਵੱਡੇ ਮਨੁੱਖਾ। ਝੁੱਗੀ ਜਾਏ ਵਲਾਇਓਨ, ਸਭਨਾ ਦੇ ਜੀ ਅੰਦਰ ਧੁਖਾ। ਹੱਸ ਬੋਲੇ ਭਗਵਾਨ ਜੀ, ਸੁਣੋ ਰਾਜਾ ਹੋਏ ਸਨਮੁਖਾ। ਤੇਰੇ ਭਾਉ ਨਾ ਦਿਸਈ, ਮੇਰੇ ਨਾਹੀਂ ਅਪਦਾ ਦੁੱਖਾ। ਭਾਉ ਜਿਵੇਹਾ ਬਿਦਰਦੇ, ਹੋਰੀ ਦੇ ਚਿਤ ਚਾਉ ਨਾ ਚੁੱਖਾ। ਗੋਬਿੰਦ ਭਾਉ ਭਗਤ ਦਾ ਭੁੱਖਾ। ਜਿੱਥੇ ਹੰਕਾਰ ਹੈ ਉੱਥੇ ਤਾਂ ਰੱਬ ਦੇ ਪਿਆਰੇ ਨਹੀਂ ਆਉਂਦੇ। ਪਰਮਾਤਮਾ ਨੂੰ ਇਹ ਗੱਲ ਪਸੰਦ ਨਹੀਂ, ਤੇ ਉਹ ਅਵਤਾਰੀ ਪੁਰਸ਼ ਸਨ, ਅੰਦਰ ਦੀ ਭਾਵਨਾ ਤੇ ਪਤੀਜਣ ਵਾਲੇ। ਕ੍ਰਿਸ਼ਨ ਜੀ ਹੋਣ ਜਾਂ ਕੋਈ ਹੋਵੇ, ਜਿਹੜਾ ਰੱਬ ਦਾ ਸੇਵਕ ਹੈ, ਸੰਤ ਹੈ, ਜਾਂ ਅਵਤਾਰੀ ਪੁਰਸ਼ ਹੈ, ਜਾਂ ਆਪ ਖੁਦ ਪਰਮਾਤਮਾ ਹੈ, ਉਸ ਨੂੰ ਹੰਕਾਰ ਦੇ ਨਾਲ ਕੁਝ ਅਰਪਣ ਕੀਤਾ ਪਸੰਦ ਨਹੀਂ ਹੈ। ਉਹ ਤਾਂ ਅਗਲੇ ਦਾ ਹੰਕਾਰ ਹੈ ਜਿਹੜਾ ਉਹ ਅੰਦਰ ਬਿਠਾ ਕੇ ਤੇ ਆਇਆ ਵਿਖਾਵਾ ਕਰ ਰਿਹਾ। ਵਿਖਾਵੇ ਮਾਤਰ ਦੀ ਭਗਤੀ ਪਰਮਾਤਮਾ ਨੂੰ ਪਸੰਦ ਨਹੀਂ। ਜਿਵੇਂ ਇਤਿਹਾਸ ਵਿੱਚ ਜ਼ਿਕਰ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ 5 ਪ੍ਰਕਾਰ ਦੀ ਸਿੱਖੀ ਆ, ਧੰਦੇ ਦੀ, ਭੇਖ ਦੀ, ਦੇਖਾ ਦੇਖੀ, ਸਦਕ ਤੇ ਭਾਵਨਾ ਦੀ।
ਦੋ ਤਰ੍ਹਾਂ ਦੀ ਸਿੱਖੀ ਹੀ ਗੁਰੂ ਸਾਹਿਬ ਨੂੰ ਪਸੰਦ ਹੈ, ਸਿਦਕ ਅਤੇ ਭਾਵਨਾ। ਤੇ ਜੋ ਵਿਖਾਵਾ, ਧੰਦਾ, ਭੇਖ ਤੇ ਹੈ ਸਿੱਖਾਂ ਵਾਲਾ ਪਰ ਅੰਦਰ ਹੰਕਾਰ ਹੈ, ਤੇ ਉਹ ਗੁਰੂ ਮਹਾਰਾਜ ਨੂੰ ਪਸੰਦ ਨਹੀਂ। ਸ਼ਰਧਾ ਨਹੀਂ, ਭਾਵਨਾ ਨਹੀਂ, ਤੇ ਐਵੇਂ ਵਿਖਾਵਾ ਉਹ ਨਹੀਂ ਪਸੰਦ। ਇਸ ਪ੍ਰਕਾਰ ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਇੱਕ ਕਿਰਤੀ ਸਿੱਖ ਭਾਈ ਲਾਲੋ ਤਰਖਾਣ ਸਿੱਖ ਦੇ ਘਰ ਜਾ ਕੇ ਭੋਜਨ ਛਕਦੇ ਨੇ, ਮਲਕ ਭਾਗੋ ਦੀਆਂ ਪੂੜੀਆਂ ਵੰਨ ਸਵੰਨੇ ਪਦਾਰਥ ਛਕਣ ਨੂੰ ਜਾਂਦੇ ਹੀ ਨਹੀਂ। ਆਖਰ ਜੇ ਬਹੁਤੀ ਜ਼ਬਰਦਸਤੀ ਕਰਨ ਲੱਗੇ ਸਤਿਗੁਰਾਂ ਨਾਲ ਤਾਂ ਹਜ਼ੂਰ ਕਹਿੰਦੇ ਭਾਈ ਇਹ ਪਾਪ ਦੀ ਰੱਤ ਜਿਹੜੀ ਇਹਨਾਂ ਭੋਜਨਾਂ ਵਿੱਚ ਆ ਉਹ ਅਸੀਂ ਨਹੀਂ ਖਾ ਸਕਦੇ। ਕਹਿਣ ਲੱਗਾ ਬਾਕੀ ਸਾਰੇ ਸਾਧੂ ਸੰਤ ਛਕ ਰਹੇ ਨੇ। ਹਜ਼ੂਰ ਕਹਿਣ ਲੱਗੇ ਬਾਕੀਆਂ ਨੂੰ ਨਹੀਂ ਪਤਾ, ਸਾਨੂੰ ਪਤਾ ਹੈ ਕਿ ਇਹ ਪਾਪ ਦੀ ਰੋਟੀ ਹੈ। ਤੇ ਭਾਈ ਲਾਲੋ ਦੇ ਘਰ ਵਿੱਚ ਜਿਹੜਾ ਸਾਦਾ ਮੁਰਾਦਾ ਭੋਜਨ ਆ ਨਾ, ਉਹ 36 ਪ੍ਰਕਾਰ ਦੇ ਭੋਜਨਾਂ ਵਰਗਾ ਸਵਾਦ ਉਹਦੇ 'ਚ। ਉਹ ਧਰਮ ਦੀ ਕਿਰਤ ਦਾ ਭੋਜਨ ਹੈ, ਉਹਦੇ ਨਾਲ ਬਿਰਤੀ ਜੁੜਦੀ ਹੈ। ਜਿਹੜਾ ਇਹ ਪਾਪ ਦੀ ਰੋਟੀ ਹੈ, ਇਹਦੇ ਨਾਲ ਬਿਰਤੀਆਂ ਉਥਾਨ ਹੁੰਦੀਆਂ, ਖਿੰਡਦੀਆਂ ਹਨ, ਸੰਸਾਰ ਬਿਰਤੀ ਚਲੇ ਜਾਏਗੀ। ਪਾਪ ਬੁੱਧੀ ਭ੍ਰਿਸ਼ਟ ਕਰ ਦਿੰਦਾ, ਪਾਪ ਦਾ ਭੋਜਨ ਚੰਗਾ ਨਹੀਂ। ਸੋ ਇਸ ਪ੍ਰਕਾਰ ਕਹਿਣ ਤੋਂ ਮੁਰਾਦ ਹੈ ਕਿ ਉਹ ਆਪਣਾ ਹੰਕਾਰ ਪ੍ਰਗਟ ਕਰਦਾ ਸੀ ਮਲਕ ਭਾਗੋ, ਪਰ ਭਾਈ ਲਾਲੋ ਨਿਮਰਤਾਵਾਨ ਸੀ ਤੇ ਉਹਦੇ ਘਰ ਆਪ ਪਹੁੰਚੇ ਸਨ। ਭਗਤੀ ਭਾਵਨਾ ਵਾਲਾ, ਧਰਮ ਦੀ ਕਿਰਤ ਕਰਨ ਵਾਲਾ ਤਾਂ ਸਤਿਗੁਰੂ ਆਪ ਉਹਦੇ ਘਰ ਪਹੁੰਚਦੇ ਨੇ। ਇਸ ਪ੍ਰਕਾਰ ਨਿਮਰਤਾ ਹੀ ਵੱਡਾ ਗਹਿਣਾ ਹੈ। ਇਹ ਜੋ ਸਤਿਗੁਰੂ ਸਾਨੂੰ ਸਿਖਾ ਰਹੇ ਨੇ ਕਿ ਇਸ ਤਰ੍ਹਾਂ ਸ਼ਰਨ 'ਚ ਪੈ ਕੇ ਰਹਿਣਾ ਚਾਹੀਦਾ ਹੈ ਕਿ ਹੇ ਸਤਿਗੁਰੂ ਜੀ, ਅਸੀਂ ਬਹੁਤ ਛੋਟੇ, ਹਮ ਨਾਨੇ ਕਿਰਮ ਨਾਨ ਨਿਕ ਕੀਰੇ, ਤੁਮ ਵੱਡ ਅਗਮ ਵੱਡ ਪੁਰਖਾ। ਇਹ ਵੀ ਸਤਿਗੁਰਾਂ ਦੇ ਬਚਨ ਨੇ। ਅਸੀਂ ਬਹੁਤ ਨਾਨੇ, ਛੋਟੇ ਜੇ ਨੰਨੇ ਜੇ। ਹਮ ਨਾਨੇ ਕਿਰਮ ਨਾਨ ਨਿਕ ਕੀਰੇ, ਨਿੱਕੇ ਤੋਂ ਨਿੱਕੇ, ਨਿੱਕੇ ਤੋਂ ਨਿੱਕੇ ਕੀੜੇ ਆ ਮਹਾਰਾਜ, ਹੋਰ ਸਾਡੀ ਕੋਈ ਪਾਇਆ ਨਹੀਂ। ਸਿਰਫ ਸਾਡੀ ਹੋਂਦ ਹੈ ਕਿ ਅਸੀਂ ਹਾਂ, ਪਰ ਅਸੀਂ ਕੁਛ ਵੀ ਨਹੀਂ, ਭਾਵ ਤੁਛ ਤੋਂ ਤੁਛ ਹਾਂ। ਤੇ ਸਤਿਗੁਰੂ ਜੀ ਆਪ ਜੀ ਦੀ ਸ਼ਰਨ ਵਿੱਚ ਸਿਰਫ ਅਸੀਂ ਆ ਗਏ ਹਾਂ। ਹੁਣ ਕਰ ਦਇਆ ਨਾਮ ਪ੍ਰਗਾਸ, ਦਇਆ ਦ੍ਰਿਸ਼ਟੀ ਕਰਕੇ ਵਾਹਿਗੁਰੂ ਜੀ ਦੇ ਨਾਮ ਦਾ ਪ੍ਰਕਾਸ਼ ਚਾਨਣ ਸਾਡੇ ਅੰਦਰ ਕਰ ਦਿਓ। ਨਾਮ ਸਾਡੇ ਅੰਦਰ ਹੀ ਹੈ ਪਰ ਪ੍ਰਗਟ ਨਹੀਂ ਹੈ। ਅੰਤਰ ਖੂਹਟਾ ਅੰਮ੍ਰਿਤ ਭਰਿਆ, ਸਬਦੇ ਕਾੜ ਪੀਐ ਪਨਿਹਾਰੀ। ਜਾਂ ਹਜ਼ੂਰ ਦੇ ਬਚਨ ਨੇ, ਹਉ ਬਲਿਹਾਰੀ ਸਤਿਗੁਰੇ ਆਪਣੇ, ਜਿਨ ਗੁਪਤ ਨਾਮ ਪ੍ਰਗਾਜਾ। ਜਿਨ੍ਹਾਂ ਨੇ ਗੁਪਤ ਨਾਮ ਨੂੰ ਪ੍ਰਗਟ ਕੀਤਾ ਉਹ ਸਤਿਗੁਰੂ ਤੋਂ ਬਲਿਹਾਰ ਜਾਈਏ। ਭਾਵ ਨਾਮ ਤਾਂ ਸੀ ਪਰ ਨਾਮ ਗੁਪਤ ਹੋ ਰਿਹਾ ਸੀ ਤੇ ਪ੍ਰਗਟ ਅਸੀਂ ਕਰਨ ਦੀ ਸਮਰੱਥਾ ਨਹੀਂ ਸੀ ਰੱਖਦੇ। ਜਿਵੇਂ ਕੋਈ ਨਵਾਂ ਨਲਕਾ ਲਾਇਆ ਜਾਏ ਜਾਂ ਟਿਊਬਵੈੱਲ ਦਾ ਬੋਰ ਕੀਤਾ ਜਾਏ, ਜਾਂ ਉਹ ਨਲਕਾ ਨਾਲ ਪਾਣੀ ਛੱਡ ਜਾਏ, ਪਾਣੀ ਨਾ ਥੱਲਿਓਂ ਆਏ, ਤਾਂ ਉਹਦੇ ਉੱਪਰੋਂ ਪਾਣੀ ਪਾ ਕੇ ਹੇਠਲੇ ਪਾਣੀ ਨਾਲ ਮਿਲਾ ਕੇ ਫਿਰ ਗੇੜਾ ਦਈਏ, ਤੇ ਫਿਰ ਪਾਣੀ ਜਿਸ ਵੇਲੇ ਚੱਕਦਾ ਤੇ ਲਗਾਤਾਰ ਬਹਾਅ ਚੱਲਦਾ, ਪਾਣੀ ਲਗਾਤਾਰ ਆਈ ਜਾਂਦਾ। ਇਸ ਪ੍ਰਕਾਰ ਹੀ ਵਾਹਿਗੁਰੂ ਜੀ ਦਾ ਨਾਮ, ਹਜ਼ੂਰ ਨੇ ਕਿਹਾ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁਖਾ ਸਾਧ ਨਾ ਪਾਇਆ, ਜਿਉ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਅੰਮ੍ਰਿਤ ਤਜ ਬਿਖ ਸੰਗ੍ਰਹਿ, ਕਰਤਾ ਆਪ ਖਵਾਇਆ, ਗੁਰਮੁਖ ਵਿਰਲੇ ਸੋਝੀ ਪਈ, ਤਨਾ ਅੰਦਰ ਬ੍ਰਹਮ ਦਿਖਾਇਆ। ਇਸ ਪ੍ਰਕਾਰ ਦੀ ਇਹ ਖੇਡ ਹੈ। ਜਿਵੇਂ ਜਿਹੜਾ ਕਸਤੂਰਾ ਮਿਰਗ ਹੈ, ਉਹਦੀ ਨਾਭੀ ਵਾਲੀ ਥਾਂ ਧੁਨੀ ਦੇ ਵਿੱਚ ਕਸਤੂਰੀ ਪੈਦਾ ਹੁੰਦੀ ਹੈ। ਖਾਸ ਕਿਸਮ ਦਾ ਮਿਰਗ ਹੈ ਹਿਰਨ, ਉਹਦੇ ਅੰਦਰ ਕਸਤੂਰੀ ਪੈਦਾ ਹੁੰਦੀ ਹੈ। ਔਰ ਜਿਸ ਵੇਲੇ ਉਹਦੀ ਨਾਸਕਾ ਨੂੰ ਸੁਗੰਧੀ ਆਉਂਦੀ ਹੈ ਕਸਤੂਰੀ ਦੀ, ਤਾਂ ਉਹ ਕਮਲਾ ਹੋਇਆ ਭੱਜਾ ਫਿਰਦਾ, ਕਿਉਂਕਿ ਉਹਨੂੰ ਭਰਮ ਹੈ ਕਿ ਇਹ ਕਸਤੂਰੀ ਦੀ ਮਹਿਕ, ਇਹ ਜਿਹੜੀ ਸੁੰਦਰ ਮਹਿਕ ਹੈ, ਬਾਹਰੋਂ ਕਿਧਰੋਂ ਆ ਰਹੀ ਹੈ। ਤੇ ਉਹ ਜਦੋਂ ਕਮਲਾ ਹੋਇਆ ਭੱਜਾ ਫਿਰਦਾ ਤਾਂ ਸ਼ਿਕਾਰੀ ਲੋਕ ਇਹ ਸਮਝ ਲੈਂਦੇ ਨੇ ਕਿ ਇਹਦੇ ਅੰਦਰ ਕਸਤੂਰੀ ਪ੍ਰਗਟ ਹੋਈ ਹੈ। ਫਿਰ ਉਹ ਉਹਨੂੰ ਸ਼ਿਕਾਰ ਕਰ ਲੈਂਦੇ, ਬੰਦੂਕਾਂ ਦੀਆਂ ਗੋਲੀਆਂ ਨਾਲ ਜਾਂ ਤੀਰਾਂ ਨਾਲ ਕਿਸੇ ਢੰਗ ਨਾਲ ਮਾਰ ਕੇ, ਤੇ ਉਹਦਾ ਪੇਟ ਚੀਰ ਕੇ ਵਿੱਚੋਂ ਕਸਤੂਰੀ ਦਾ ਨਾਪਾ ਕੱਢ ਲੈਂਦਾ, ਜੋ ਕਿ ਸੋਨੇ ਨਾਲੋਂ ਵੀ ਮਹਿੰਗੀ ਆ। ਏਡੀ ਮਹਿੰਗੀ ਵਸਤੂ ਦਵਾਈਆਂ 'ਚ ਵੀ ਪੈਂਦੀ, ਖੁਸ਼ਬੂਦਾਰ, ਬੜੀ ਜ਼ਬਰਦਸਤ ਖੁਸ਼ਬੂ ਉਸਦੀ। ਉਹ ਜਿਹਦੇ ਅੰਦਰ ਪੈਦਾ ਹੋਈ ਉਹਨੂੰ ਨਹੀਂ ਪਤਾ ਲੱਗਾ, ਹਿਰਨ ਨੂੰ ਨਹੀਂ ਪਤਾ ਲੱਗਾ, ਜੀਵਨ ਵੀ ਆਪਣਾ ਸਮਾਪਤ ਕਰ ਬੈਠਾ। ਇਸੇ ਤਰ੍ਹਾਂ ਹੀ ਜੋ ਅਸੀਂ ਲੱਭ ਰਹੇ ਹਾਂ ਵੀ ਸਾਨੂੰ ਸੁੱਖ ਮਿਲੇ, ਸ਼ਾਂਤੀ ਮਿਲੇ, ਟਿਕਾ, ਆਨੰਦ, ਸਦਾ ਦਾ ਸੁੱਖ ਹੈ ਤਾਂ ਮਨੁੱਖ ਦੇ ਅੰਦਰ ਹੀ ਹੈ।
ਪਰ ਮਨੁੱਖ ਬਾਹਰ ਨੂੰ ਭੱਜਾ ਫਿਰਦਾ, ਖੋਰੇ ਬਾਹਰੋਂ ਪ੍ਰਾਪਤ ਹੋ ਜਾਏਗਾ। ਇਹਦੀ ਕਲਪਨਾ ਗਲਤ ਹੈ। ਇਸ ਪ੍ਰਕਾਰ ਹੀ ਜਿਹੜਾ ਨਾਮ ਹੈ ਉਹ ਹਿਰਦੇ ਦੇ ਅੰਦਰ ਹੈ ਪਰ ਗੁਪਤ ਹੈ। ਸਤਿਗੁਰੂ ਦੀ ਬਖਸ਼ਿਸ਼ ਤੋਂ ਬਗੈਰ ਉਹ ਅੰਦਰਲਾ ਨਾਮ ਪ੍ਰਗਟ ਨਹੀਂ ਹੁੰਦਾ। ਅਗਿਆਨਤਾ ਦਾ ਹਨੇਰਾ ਮਿਟਦਾ ਨਹੀਂ, ਗਿਆਨ ਦਾ ਪ੍ਰਕਾਸ਼ ਚਾਨਣ ਹੁੰਦਾ ਨਹੀਂ। ਸੋ ਇਸ ਪ੍ਰਕਾਰ ਹਜੂਰ ਕਹਿੰਦੇ ਨੇ, ਤੁਹਾਡੀ ਸ਼ਰਨ 'ਚ ਸਤਿਗੁਰੂ ਜੀ ਅਸੀਂ ਆਏ ਹਾਂ ਤੇ ਤੁਹਾਡੇ ਤੇ ਆਸ ਰੱਖੀ ਆ ਵੀ ਤੁਸੀਂ ਦਇਆ ਕਰਕੇ ਸਾਡੇ ਅੰਦਰ ਨਾਮ ਨੂੰ ਪ੍ਰਕਾਸ਼ਿਤ ਕਰ ਦਿਓ, ਨਾਮ ਨੂੰ ਪ੍ਰਗਟ ਕਰ ਦਿਓ। ਸੱਚੇ ਪਾਤਸ਼ਾਹ ਨਾਮ ਦਾ ਚਾਨਣ ਕਰ ਦਿਓ। ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਗਾਸ। ਰਹਾਉ ਦੀਆਂ ਪੰਕਤੀਆਂ ਹਨ। ਹੇ ਮੇਰੇ ਮਿੱਤਰ, ਲੋਕ ਪਰਲੋਕ ਦੇ ਸੱਜਣ ਸਤਿਗੁਰੂ ਜੀ ਹਨ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਸੱਜਣ ਮੈਂਡਾ ਚਾਈਆ ਹਬ ਕਹੀ ਦਾ ਮਿੱਤ। ਹੱਬੇ ਜਾਣ ਨੇ ਆਪਣਾ ਕਹੀ ਨ ਠਾਹੇ ਚਿੱਤ। ਮਿੱਤਰਤਾ ਨਿਭਾਉਣ ਵਾਲੇ ਸਤਿਗੁਰੂ ਹਨ ਜਾਂ ਰੱਬ ਦੇ ਪਿਆਰੇ ਪੁੱਗੇ ਹੋਏ ਮਹਾਤਮਾ, ਜਿਨ੍ਹਾਂ ਬਾਰੇ ਕਿਹਾ ਨਾਨਕ ਕੱਚੜੇ ਆਸਿਓ ਤੋੜ ਢੂੰਡ। ਸੱਜਣ ਸੰਤ ਪੱਕਿਆ ਓਏ ਜੀਵਨ ਦੇ ਵਿਛੜਾ ਹੈ, ਓਏ ਮੋਇਆ ਨ ਜਾਹੀ ਛੋੜ। ਦੁਨੀਆਦਾਰ ਲੋਕ ਤਾਂ ਜਿਉਂਦੇ ਹੀ ਸਾਥ ਛੱਡ ਜਾਂਦੇ ਨੇ, ਪਰ ਗੁਰਮੁਖ ਜਨਾਂ ਦੀ ਕੀਤੀ ਸੰਗਤ, ਸਤਿਗੁਰੂ ਦੇ ਚਰਨਾਂ ਦਾ ਪਿਆਰ, ਇਹ ਪਰਲੋਕ ਵਿੱਚ ਵੀ ਸਹਾਇਤਾ ਕਰਦਾ। ਇਸ ਕਰਕੇ ਹੇ ਮੇਰੇ ਮਿੱਤਰ ਜੀ, ਮਿੱਤਰ ਬਣਾਉਣਾ ਸਤਿਗੁਰਾਂ ਨੂੰ। ਹਜ਼ੂਰ ਕਹਿੰਦੇ ਨੇ, ਭਾਈ ਰੇ ਮੀਤ ਕਰੋ ਪ੍ਰਭ ਸੋਏ। ਤੁਸੀਂ ਹੋਰ ਦੁਨੀਆ ਜੋ ਸੰਸਾਰ ਹੈ ਕਿ ਮਿੱਤਰ ਭਾਈ ਦੀਸਹਿ ਮਨ ਮੇਰੇ। ਤੇ ਸਭ ਆਪਣੇ ਸਵਾਏ ਮਿਲਾਸਾ। ਜਿਤ ਦਿਨ ਉਨਕਾ ਸੁਆਉ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋ ਨਾ ਢੁਕਾਸਾ। ਮੇਰੇ ਮਨ ਹਰਿ ਉੱਪਰ ਕੀਜੈ ਪ੍ਰਵਾਸਾ। ਸੋ ਇਸ ਪ੍ਰਕਾਰ ਪਰਮਾਤਮਾ ਹੀ ਸੱਚਾ ਮਿੱਤਰ ਹੈ। ਸਤਿਗੁਰੂ ਜੀ ਹੀ ਸੱਚੇ ਮਿੱਤਰ ਹਨ, ਜੋ ਸਦਾ ਵਾਸਤੇ ਸਹਾਇਤਾ ਕਰਦੇ ਸਹਾਈ ਹੁੰਦੇ ਨੇ। ਮੇਰੇ ਮਿੱਤਰ ਗੁਰਦੇਵ ਗੁਰ ਪੂਜਨੀਕ ਦੇਵ ਪ੍ਰਕਾਸ਼ ਰੂਪ ਸਤਿਗੁਰੂ ਅਮਰਦਾਸ ਮਹਾਰਾਜ। ਮੋਹ ਕਉ ਰਾਮ ਨਾਮ ਪ੍ਰਗਾਸ। ਮੈਂ ਤੁਹਾਡਾ ਹਾਂ ਜੀ, ਮੇਰੇ ਤਾਈਂ ਰਾਮ ਰਵੇਂ ਹੋਏ ਪਰਮਾਤਮਾ ਨਿਰਗੁਣ ਬ੍ਰਹਮ ਦੇ ਨਾਮ ਦਾ ਪ੍ਰਕਾਸ਼ ਕਰ ਦਿਓ, ਚਾਨਣ ਕਰ ਦਿਓ। ਸੱਚੇ ਪਾਤਸ਼ਾਹ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ। ਹਰ ਕੀਰਤ ਹਮਰੀ ਰਹਿ ਰਾਸ। ਗੁਰਮਤਿ ਗੁਰੂ ਦੀ ਸਿੱਖਿਆ ਦੁਆਰਾ ਜੋ ਨਾਮ ਪ੍ਰਾਪਤ ਹੁੰਦਾ ਹੈ, ਉਹ ਮੇਰੇ ਪ੍ਰਾਣਾਂ ਦਾ ਸਵਾਸਾਂ ਦਾ ਸਖਾਈ ਮਿੱਤਰ ਹੈ, ਮੇਰੇ ਪ੍ਰਾਣਾਂ ਦਾ ਸਵਾਸਾਂ ਦਾ ਸਹਾਈ ਹੈ। ਇੱਕ ਮਹਾਂਪੁਰਸ਼ਾਂ ਨੇ ਬਚਨ ਸੁਣਾਇਆ ਕਿ ਕਿਸੇ ਸੰਤ ਜੀ ਦੇ ਕੋਲ ਕੋਈ ਆਇਆ ਪ੍ਰੇਮੀ, ਕਹਿਣ ਲੱਗਾ ਜੀ ਮੈਨੂੰ ਨਾਮ ਚਾਹੀਦਾ। ਕਹਿਣ ਲੱਗੇ ਫਿਰ ਪਹਿਲਾਂ ਸੇਵਾ ਕਰਨੀ ਪੈਣੀ। ਸਾਲ ਭਰ ਸੇਵਾ ਕਰਾਈ ਗਏ। ਫਿਰ ਇੱਕ ਦਿਨ ਕਹਿੰਦਾ ਜੀ ਨਾਮ, ਕਹਿੰਦੇ ਆ ਜਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਲੈ ਗਏ ਔਰ ਕਿਹਾ ਕਿ ਹੁਣ ਕਹੋ ਵਾਹਿਗੁਰੂ। ਤਾਂ ਉਹਨੇ ਵਾਹਿਗੁਰੂ ਕਿਹਾ। ਕਹਿਣ ਲੱਗੇ ਜੀ ਨਾਮ, ਕਹਿੰਦੇ ਨਾਮ ਦੇ ਦਿੱਤਾ, ਇਹਦੇ ਨਾਲ ਜੁੜ ਜਾ, ਨਾਮ ਜਪੀ ਜਾਂਦੇ, ਇਹੀ ਨਾਮ ਹੈ। ਕਹਿਣ ਲੱਗਾ ਭਈ ਇਹ ਨਾਮ ਤਾਂ ਮੇਰੀ ਮਾਤਾ ਜਦੋਂ ਮੈਨੂੰ ਸੁੱਤੇ ਪਏ ਨੂੰ ਉਠਾਉਂਦੀ ਸੀ ਤੇ ਉਦੋਂ ਕਹਿੰਦੀ ਸੀ ਪੁੱਤ ਉੱਠ ਬੋਲ ਵਾਹਿਗੁਰੂ। ਇਹ ਤਾਂ ਉਦੋਂ ਵੀ ਸੁਣਿਆ ਸੀ। ਔਰ ਇਸੇ ਪ੍ਰਕਾਰ ਫਿਰ ਜਦੋਂ ਕਿਤੇ ਅਸੀਂ ਜੱਟਾਂ ਨੇ ਜ਼ਮੀਨ ਵਿੱਚ ਕੋਈ ਬੀਜ ਪਾਉਣਾ ਹੁੰਦਾ ਤੇ ਉਦੋਂ ਵੀ ਕਹਿੰਦੇ ਸੀ ਮੇਰੇ ਮਾਤਾ ਪਿਤਾ ਵੀ ਵਾਹਿਗੁਰੂ ਕਹਿ ਕੇ ਬੀਜ ਖਿਲਾਰਨਾ ਸ਼ੁਰੂ ਕਰੋ। ਇਹ ਤਾਂ ਉਦੋਂ ਵੀ ਸੁਣਿਆ ਸੀ। ਤਾਂ ਉਸ ਵੇਲੇ ਉਹ ਮਹਾਂਪੁਰਸ਼ ਰੱਬ ਦੇ ਪਿਆਰੇ ਕਹਿਣ ਲੱਗੇ ਵੀ ਆਹ ਸਾਡੇ ਕੋਲ ਇੱਕ ਲਾਲ ਹੈ ਹੀਰਾ, ਤੇ ਵੱਖਰੀਆਂ ਫਿਰ ਦੁਕਾਨਾਂ ਦੇ ਦੀ ਮੁੱਲ ਪਵਾ ਕੇ ਆਖਾਂ ਭਲਾ ਵੇਚੀ ਦਵੀਂ ਨਾ, ਮੁੱਲ ਪੁੱਛ ਕੇ ਇਹਦਾ ਮੁੱਲ ਕੀ ਹੈ। ਇੱਕ ਦੁਕਾਨ ਤੇ ਗਿਆ ਤੇ ਉਹ ਮਾਈ ਸੀ ਕੋਈ, ਉਹਨੂੰ ਵਿਖਾਇਆ ਤੇ ਉਹ ਕਹਿਣ ਲੱਗੀ ਵੀ 2 ਬੁੱਕ ਆਟਾ ਦੇ ਸਕਦੀ ਇਹਦਾ ਮੈਂ, ਚਮਕਦਾਰ ਚੀਜ਼ ਆ, ਹਨੇਰੇ ਚਾਨਣ ਕਰੇਗਾ, 2 ਬੁੱਕ ਆਟਾ ਲੈ ਜਾ। ਕਹਿਣ ਲੱਗਾ ਅੱਛਾ ਬਾਅਦ 'ਚ ਵੇਖਦੇ ਹਾਂ। ਅੱਗੇ ਗਿਆ ਇੱਕ ਬਾਣੀ ਦੀ ਦੁਕਾਨ ਤੇ, ਉਹਨੇ 2 ਆਨੇ ਜਾਂ 2 ਪੈਸੇ ਮੁੱਲ ਦੱਸਿਆ। ਫਿਰ ਕਿਸੇ ਹੋਰ ਕੋਲ ਗਿਆ, ਉਹਨੇ 100 ਰੁਪਈਆ ਦੱਸਤਾ। ਫਿਰ ਕਿਸੇ ਅਸਲੀ ਜੌਹਰੀ ਕੋਲ ਗਿਆ, ਉਹ ਕਹਿਣ ਲੱਗਾ ਇਹਦੀ ਕੀਮਤ ਤਾਂ ਮੇਰੇ ਕੋਲ ਹੈ ਨਹੀਂ, ਪਰ ਮੈਂ 100 ਰੁਪਈਆ ਇਹਦੇ ਦਰਸ਼ਨਾਂ ਦੀ ਭੇਟਾ ਦੇ ਦੇਣਾ। ਤੇ ਵਾਪਸ ਉਹ ਮੁੜ ਆਇਆ। ਫਿਰ ਉਹਨਾਂ ਮਹਾਂਪੁਰਸ਼ਾਂ ਨੇ ਕਿਹਾ ਵੀ ਪ੍ਰੇਮੀਆਂ, ਇਹ ਅਸਲ ਵਿੱਚ ਲਾਲ ਨਹੀਂ, ਇਹ ਨਾਮ ਹੀ ਹੈ। ਜਿਹੜਾ ਤੇਰੀ ਮਾਈ ਤੈਨੂੰ ਸੁੱਤੇ ਨੂੰ ਉਠਾਉਂਦੀ ਸੀ ਨਾ ਵੀ ਬੋਲ ਵਾਹਿਗੁਰੂ ਵਾਹਿਗੁਰੂ,
ਉਹ ਸਿਰਫ ਤੈਨੂੰ ਉਠਾਉਣ ਵਾਸਤੇ ਕਹਿੰਦੀ ਸੀ, ਤੇ ਉਹਦਾ ਇੰਨਾ ਕੀ ਮੁੱਲ ਆ, ਥੋੜ੍ਹਾ ਬਹੁਤਾ ਹੀ। ਜਿਹੜਾ ਫਸਲ ਬੀਜਣ ਦੀ ਲਾਲਸਾ ਵੀ ਚੰਗੇ ਦਾਣੇ ਹੋਣਗੇ, ਉਹ ਇਸ ਕਾਮਨਾ ਕਰਕੇ ਅਸੀਂ ਵਾਹਿਗੁਰੂ ਵਾਹਿਗੁਰੂ ਕਹਿੰਦੇ, ਭਾਵਨਾ ਕੋਈ ਨਹੀਂ ਸੀ ਪਰਮਾਤਮਾ ਦੇ ਨਾਮ ਨਾਲ, ਤੇ ਉਹਦਾ ਵੀ ਥੋੜ੍ਹਾ ਬਹੁਤਾ ਹੀ ਮੁੱਲ ਸੀ। ਇਹ ਜਿਹੜਾ ਹੁਣ ਤੈਥੋਂ ਸੇਵਾ ਕਰਾਈ ਆ, ਤੇਰਾ ਮਨ ਕੁਝ ਚਮਕਿਆ, ਭਾਵ ਕਿ ਮਾਂਜਿਆ ਗਿਆ, ਸਾਫ਼ ਹੋਇਆ, ਤੇ ਹੁਣ ਜੋ ਇੱਥੇ ਤੂੰ ਕਥਾ ਕੀਰਤਨ ਸੁਣਿਆ, ਤੈਨੂੰ ਨਾਮ ਦੀ ਮਹਾਨਤਾ ਦਰਸਾ ਦਿੱਤੀ ਆ ਕਿ ਸਭ ਕੁਛ ਨਾਮ ਦੇ ਵਿੱਚ ਹੀ ਆ, ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈ ਆ। ਔਰ ਉਹਨਾਂ ਦਾ ਉਹ ਮਤ ਸੀ, ਉਹ ਇਸ ਢੰਗ ਨਾਲ ਨਾਮ ਦਿੰਦੇ ਸੀ। ਸਾਨੂੰ ਗੁਰਸਿੱਖਾਂ ਨੂੰ ਸਤਿਗੁਰਾਂ ਨੇ ਕਿਹਾ ਵੀ 5 ਪਿਆਰੇ ਸਾਹਿਬਾਨਾਂ ਕੋਲ ਆਓ, ਮਨ ਦੀ ਭਾਵਨਾ ਬਣਾ ਕੇ ਆਓ, ਔਰ ਫਿਰ ਉਹਨਾਂ ਦੁਆਰਾ ਨਾਮ ਦੀ ਪ੍ਰਾਪਤੀ ਕਰੋ। ਨਾਲੇ ਜਿਹੜੀ ਉਸ ਵੇਲੇ ਦੀਖਿਆ ਦਿੱਤੀ ਜਾਂਦੀ ਹੈ, ਗੁਰੂ ਧਾਰਨ ਵੇਲੇ ਜਿਹੜੀ ਸਿੱਖਿਆ ਦਿੱਤੀ ਜਾਂ ਉਹਨੂੰ ਦੀਖਿਆ ਕਹਿੰਦੇ ਨੇ, ਉਹ ਦੀਖਿਆ ਪ੍ਰਾਪਤ ਕਰੋ। ਜਿਵੇਂ ਅਸੀਂ ਬਿਮਾਰ ਹੋਈਏ, ਕਿਸੇ ਵੈਦ ਕੋਲ ਜਾਈਏ, ਤੇ ਉਹ ਸਾਨੂੰ ਨਾਲ ਦਵਾਈ ਦਿੰਦਾ, ਨਾਲੇ ਪਥ ਪਰਹੇਜ਼ ਦੱਸਦਾ। ਪਥ ਪਰਹੇਜ਼ ਸਾਡੀ ਰਹਿਣੀ ਹੈ, ਰਹਿਤ ਮਰਿਆਦਾ ਜਿਹੜੀ ਸਤਿਗੁਰਾਂ ਦੱਸੀ ਹੈ, ਤੇ ਦਵਾਈ ਨਾਮ ਹੈ। ਇਸ ਤਰ੍ਹਾਂ ਸਾਡਾ ਜਿਹੜਾ ਮਨ ਰੋਗੀ ਹੈ, ਇਹ ਤੰਦਰੁਸਤ ਹੋ ਜਾਏਗਾ। ਇਸ ਪ੍ਰਕਾਰ ਪ੍ਰਾਣਾਂ ਦੀ ਸਹਾਇਤਾ ਕਰਨ ਵਾਲਾ ਗੁਰਮਤਿ ਦੁਆਰਾ ਪ੍ਰਾਪਤ ਹੋਇਆ ਨਾਮ ਹੈ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ। ਗੁਰੂ ਦੀ ਮੱਤ ਵੀ ਲਈਏ ਤੇ ਗੁਰੂ ਪਾਸੋਂ ਮਿਲਿਆ ਹੋਇਆ ਨਾਮ ਧਾਰਨ ਕਰੀਏ। ਹਰ ਕੀਰਤ ਹਮਰੀ ਰਹਿ ਰਾਸ। ਹਰੀ ਪ੍ਰਮਾਤਮਾ ਦੀ ਜੋ ਕੀਰਤੀ ਹੈ, ਵਾਹਿਗੁਰੂ ਦਾ ਜਿਹੜਾ ਜਸ ਗਾਉਣਾ ਹੈ, ਇਸੇ ਰੰਗ ਵਿੱਚ ਰੰਗੇ ਰਹਿਣਾ, ਇਹ ਸਾਡੀ ਰਹਿ ਰਾਸ। ਰਹਿ ਆਵੇ ਜਿਹੜੀ ਰਾਸ ਪੂੰਜੀ, ਉਹਨੂੰ ਕਹਿੰਦੇ ਰਹਿ ਰਾਸ। ਦੂਸਰਾ ਰਹਿ ਰਾਸ ਦਾ ਅਰਥ ਹੈ ਰਹੋ ਰੀਤ, ਜਿਹੜਾ ਨਿਯਮ ਬਣਾ ਲਈਏ ਜੀਵਨ ਦਾ, ਰਹੋ ਰੀਤੀ। ਇਸ ਪ੍ਰਕਾਰ ਹਰੀ ਦੀ ਕੀਰਤੀ ਕਰਨੀ ਹੀ ਸਾਡੀ ਰਹੋ ਰੀਤ ਬਣ ਜਾਏ। ਇਹੋ ਹੀ ਸਾਡੇ ਵਾਸਤੇ ਲੋਕ ਪ੍ਰਲੋਕ ਦਾ ਗਹਿਣਾ ਰਹੋ ਰੀਤੀ ਹੈ, ਰਹਿ ਰਾਸ ਹੈ। ਸੋ ਜਿਵੇਂ ਵਪਾਰੀ ਲੋਕ ਰਾਸ ਨਹੀਂ ਗਵਾਉਂਦੇ, ਰਾਸ ਦੁਆਰਾ ਸੌਦਾ ਖਰੀਦਦੇ ਨੇ, ਅੱਗੇ ਵੇਚ ਕੇ ਜਿੰਨੀ ਕੁ ਰਾਸ ਹੁੰਦੀ ਹੈ ਉਨੀ ਫਿਰ ਰੱਖ ਲੈਂਦੇ, ਕਿਉਂਕਿ ਕੱਲ੍ਹ ਨੂੰ ਫਿਰ ਸੌਦਾ ਖਰੀਦਣਾ। ਰਾਸ ਨਹੀਂ ਗਵਾਉਂਦੇ। ਰਹਿ ਰਾਸ ਜਿਹੜੀ ਰਵੇ ਕੋਲ ਰਾਸ, ਉਸ ਪੂੰਜੀ ਨੂੰ ਕਿਹਾ ਜਾਂਦਾ। ਕੋਲ ਰੱਖਣ ਵਾਲੀ, ਵਪਾਰ ਕਰਨ ਵਾਲੀ ਪੂੰਜੀ, ਸੋ ਸਾਂਭ ਕੇ ਰੱਖਣ ਵਾਲੀ ਰਾਸ ਪੂੰਜੀ, ਤੇ ਰਹੋ ਰੀਤ। ਰਹਾਓ ਹਰ ਜਨ ਕੇ ਵੱਡ ਭਾਗ ਵਡੇਰੇ। ਰਹਾਓ ਸ਼ਬਦ ਦੇ ਕੁਛ ਅਰਥ, ਜਿਵੇਂ ਇੱਕ ਤਾਂ ਠਹਿਰਾਓ, ਤੇ ਰੁਕੋ, ਇੱਥੇ ਰੁਕ ਕੇ ਚੰਗੀ ਤਰ੍ਹਾਂ ਇਹਨਾਂ ਬਚਨਾਂ ਨੂੰ ਵਿਚਾਰੋ, ਹਿਰਦੇ 'ਚ ਵਸਾਓ। ਤੇ ਇਸੇ ਪ੍ਰਕਾਰ ਸਨਾਭੀ ਟੀਕਾ, ਤੇ ਇਸੇ ਤਰ੍ਹਾਂ ਅਸਥਾਈ ਟੇਕ। ਰਾਗ ਵਿਦਿਆ ਕੀਰਤਨ ਕਰਨ ਵਾਲਿਆਂ ਵਾਸਤੇ ਇਹ ਰਹਾਓ ਅਸਥਾਈ ਟੇਕ ਹੈ। ਤੇ ਇਸ ਪ੍ਰਕਾਰ ਮੁੱਖ ਸਿਧਾਂਤ ਸ਼ਬਦ ਦਾ ਰਹਾਓ ਦੀਆਂ ਤੁਕਾਂ 'ਚ ਹੁੰਦਾ, ਜਾਂ ਕਈ ਵਾਰੀ ਰਹਾਓ 'ਚ ਪ੍ਰਸ਼ਨ ਹੁੰਦਾ ਤੇ ਬਾਕੀ ਜਵਾਬ ਹੁੰਦਾ, ਕਈ ਵਾਰੀ ਰਹਾਓ 'ਚ ਜਵਾਬ ਹੁੰਦਾ। ਸੋ ਇਸ ਪ੍ਰਕਾਰ ਜਵਾਬ, ਪ੍ਰਸ਼ਨ ਵੀ ਤੇ ਜਵਾਬ ਵੀ ਕਈ ਵਾਰੀ ਇਕੱਠਾ ਹੁੰਦਾ। ਇਉਂ ਸਤਿਗੁਰੂ ਮਹਾਰਾਜ ਰਹਾਓ ਵਿਸ਼ਰਾਮ ਦੇ ਕੇ ਅੱਗੇ ਬਚਨ ਉਚਾਰਨ ਕਰਦੇ ਹਨ। ਹਰ ਜਨ ਕੇ ਵੱਡ ਭਾਗ ਵਡੇਰੇ। ਜੋ ਹਰੀ ਦੇ ਜਨ ਹਨ, ਉਹਨਾਂ ਦੇ ਜਿਹੜੇ ਭਾਗ ਹਨ ਸਭ ਤੋਂ ਵੱਡੇ ਨੇ। ਵੱਡੇ ਭਾਗ ਹਨ ਤੇ ਵਡੇਰੇ ਹਨ, ਵੱਡਿਆਂ ਤੋਂ ਵੱਡੇ ਵੀ ਜਾਨੀ ਭਾਗ ਨੇ। ਜਿਵੇਂ ਸਤਿਗੁਰੂ ਮਹਾਰਾਜ ਦਾ ਬਚਨ ਹੈ, ਧਨ ਧਨ ਭਾਗ ਤਿਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਿਤਿਆ। ਧਨ ਧਨ ਭਾਗ ਤਿਨਾ ਸਾਧ ਜਨਾ, ਜੋ ਹਰ ਜਸ ਸਰਵਣੀ ਸੁਣਤਿਆ। ਜਿਹੜੇ ਕੰਨਾਂ ਨਾਲ ਸੁਣਦੇ ਹੋਰ ਉੱਚੇ ਭਾਗ। ਧਨ ਧਨ ਭਾਗ ਤਿਨਾ ਸੰਤ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਤਿਆ। ਧਨ ਧਨ ਭਾਗ ਤਿਨਾ ਗੁਰਮੁਖਾਂ। ਧਨ ਧਨ ਭਾਗ ਤਿਨਾ ਗੁਰਮੁਖਾਂ, ਜੋ ਗੁਰਸਿੱਖ ਲੈ ਮਨ ਜਿਣਤਿਆ। ਜਿਹੜੇ ਗੁਰੂ ਦੀ ਸਿੱਖਿਆ ਲੈ ਕੇ ਮਨ ਨੂੰ ਜਿੱਤ ਲੈਂਦੇ ਨੇ। ਤੇ ਅਖੀਰ ਤੇ ਹਜ਼ੂਰ ਕਹਿੰਦੇ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰ ਚਰਣੀ ਸਿੱਖ ਪੜਤਿਆ। ਸਭ ਤੋਂ ਵੱਡੇ ਭਾਗ ਉਹਨਾਂ ਗੁਰਸਿੱਖਾਂ ਦੇ ਜੋ ਸਤਿਗੁਰੂ ਦੀ ਚਰਨਾਂ ਦੀ ਸ਼ਰਨ ਵਿੱਚ ਡਿੱਗ ਪੈਂਦੇ ਨੇ। ਭਾਵਨਾ ਅੰਦਰ ਧਾਰ ਕੇ, ਮਨ ਬਾਣੀ ਸਰੀਰ ਕਰਕੇ ਸਤਿਗੁਰੂ ਦੀ ਸ਼ਰਨ ਵਿੱਚ ਹੀ ਪੈ ਰਹਿੰਦੇ ਨੇ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਹਰੀ ਦੇ ਜਨ ਹੀ ਵੱਡਿਆਂ ਭਾਗਾਂ ਵਾਲੇ। ਅਸੀਂ ਦੁਨੀਆਦਾਰ ਬਿਰਤੀ ਨਾਲ ਇਹ ਸਮਝਦੇ ਹਾਂ, ਜਿਸ ਮਨੁੱਖ ਕੋਲ ਗੱਡੀਆਂ, ਸਵਾਰੀਆਂ, ਮੋਟਰਾਂ, ਕਾਰਾਂ, ਪੈਸਾ ਧੇਲਾ,
ਸੰਪਤੀ, ਜ਼ਮੀਨ ਜਾਇਦਾਦ ਜ਼ਿਆਦਾ ਤੇ ਕਿਹਾ ਜਾਂਦਾ ਬੜਾ ਵਡਭਾਗੀ, ਬੜਾ ਭਾਗਸ਼ਾਲੀ ਹੈ। ਪਰ ਨਹੀਂ, ਵੱਡੇ ਤੋਂ ਵੱਡਾ ਬਾਦਸ਼ਾਹ ਵੀ ਖਾਲੀ ਹੱਥ ਇਸ ਸੰਸਾਰ ਤੋਂ ਜਾਂਦਾ। ਜਿਸ ਵਕਤ ਸਿਕੰਦਰ ਬਾਦਸ਼ਾਹ ਦਾ ਅੰਤ ਵੇਲਾ ਸੀ, ਜਿਹੜਾ ਦੁਨੀਆ ਜਿੱਤਣ ਚੜ੍ਹਿਆ ਸੀ, ਆਖਰ ਬਿਮਾਰ ਹੋ ਕੇ ਜਦੋਂ ਮਰਿਆ, ਇੱਥੋਂ ਪੰਜਾਬ ਤੋਂ ਵਾਪਸ ਜਾਂਦਾ ਹੋਇਆ ਰਸਤੇ 'ਚ ਮਰਿਆ ਉਹ, ਤੇ ਉਹਨੇ ਕਿਹਾ ਸੀ ਕਿ 2-3 ਕੰਮ ਕਰਿਓ ਜਦੋਂ ਮੈਨੂੰ ਦਫਨਾਉਣਾ। ਕਹਿੰਦੇ ਕੀ? ਇੱਕ ਤਾਂ ਸਾਰੀ ਜਿਹੜੀ ਦੌਲਤ, ਹੀਰੇ ਲਾਲ ਜਵਾਹਰਾਤ ਹੈ, ਜਿੱਧਰ ਦੀ ਮੈਨੂੰ ਲੈ ਕੇ ਜਾਣਾ ਉਸ ਰਸਤੇ 'ਤੇ ਵਿਛਾ ਦਿਓ, ਤਾਂ ਕਿ ਦੁਨੀਆ ਦੇ ਲੋਕਾਂ ਨੂੰ ਪਤਾ ਲੱਗੇ ਕਿ ਇਹਦੇ ਕੋਲ ਬਹੁਤ ਕੁਝ ਸੀ, ਪਰ ਇਹ ਧਨ ਦੌਲਤ ਇਹਨੂੰ ਜੀਵਨ ਨਹੀਂ ਦੇ ਸਕਿਆ। ਇਹ ਧਨ ਦੌਲਤ ਜਿਹੜੇ ਪਦਾਰਥ ਨੇ ਨਾ, ਜੋ ਇਹਦੇ ਕੋਲ ਜਮ੍ਹਾਂ ਖਜ਼ਾਨੇ, ਇਹ ਇਹਨੂੰ ਬਚਾ ਨਹੀਂ ਸਕੇ, ਮੌਤ ਤੋਂ ਨਹੀਂ ਬਚਾ ਸਕੇ, ਮੌਤ ਨੂੰ ਕੋਈ ਨਹੀਂ ਰੋਕ ਸਕਿਆ। ਔਰ ਮੇਰੇ ਹੱਥ ਤੇ ਪੈਰ ਕਫਨ ਤੋਂ ਬਾਹਰ ਰੱਖਣੇ ਜਦੋਂ ਮੇਰਾ ਜਨਾਜ਼ਾ ਲੈ ਕੇ ਜਾਓਗੇ। ਮਤਲਬ ਵੀ ਪੈਰਾਂ ਤੋਂ ਨੰਗਾ ਤੇ ਹੱਥਾਂ ਤੋਂ ਖਾਲੀ ਜਾ ਰਿਹਾ, ਇਸ ਦੁਨੀਆ ਤੋਂ ਕੁਛ ਨਹੀਂ ਲੈ ਕੇ ਚੱਲਿਆ। ਤੇ ਜਿੰਨੇ ਵੈਦ ਹਕੀਮ ਹਨ, ਸ਼ਾਹੀ ਹਕੀਮ, ਉਹ ਦੋਹੀਂ ਤਰਫੀ ਖੜੇ ਕਰ ਦਿਓ ਵੀ ਇਹਦੇ ਕੋਲ ਸਾਰਾ ਹੀ ਪ੍ਰਬੰਧ ਸੀ, ਵੈਦਾਂ ਹਕੀਮਾਂ ਦਵਾਈ ਬੂਟੀ ਦਾ ਕੋਈ ਘਾਟਾ ਨਹੀਂ ਸੀ ਇਹਨੂੰ। ਪਰ ਇਹ ਵੈਦ ਹਕੀਮ ਵੀ ਇਹਦਾ ਜੀਵਨ ਨਹੀਂ ਵਧਾ ਸਕੇ, ਮੌਤ ਤੋਂ ਨਹੀਂ ਬਚਾ ਸਕੇ। ਦੁਨੀਆ ਦੇ ਬਾਕੀ ਲੋਕਾਂ ਨੂੰ ਅਕਲ ਆ ਜਾਏ, ਮੈਨੂੰ ਤਾਂ ਸਾਰੀ ਉਮਰ ਅਕਲ ਨਹੀਂ ਆਈ। ਇਹ ਤੇ ਆਦਿਕ ਇਸ ਕਰਕੇ ਵੱਡੇ ਭਾਗ ਵਾਹਿਗੁਰੂ ਦੇ ਨਾਮ ਦੁਆਰਾ ਹੀ ਬਣਦੇ ਨੇ। ਅਸਲੀ ਜੋ ਪ੍ਰਮਾਤਮਾ ਦੇ ਨਾਮ ਜੁੜਿਆ ਹੋਇਆ ਉਹ ਹੀ ਵਡਭਾਗੀ ਹੈ। ਜਿਹੜਾ ਅਸੀਂ ਵਡਭਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੇ, ਜਿਹੜਾ ਵਾਹਿਗੁਰੂ ਪ੍ਰਭੂ ਦੇ ਗੁਣ ਗਾਉਂਦਾ ਉਸ ਜਨ ਨੂੰ ਵਡਭਾਗੀ ਸਮਝੋ। ਅਸੀਂ ਐਸੀ ਬਿਰਤੀ ਅੰਦਰ ਧਾਰੀ ਹੋਈ ਆ। ਧਨ ਦੌਲਤ ਬਹੁਤਾ ਹੋਏ ਇਹ ਲਕਸ਼ ਹੀ ਮਿਥ ਲਿਆ, ਨਿਸ਼ਾਨਾ ਜੀਵਨ ਦਾ ਮਿਥ ਲਿਆ, ਤੇ ਇਸ ਕਰਕੇ ਜਿਹਦੇ ਕੋਲੇ ਹੈ ਉਹਨੂੰ ਵੱਡਿਆਂ ਭਾਗਾਂ ਵਾਲਾ ਸਮਝਦੇ ਆ। ਹੋ ਸਕਦਾ ਉਹ ਬੜਾ ਕੁਛ ਪ੍ਰਾਪਤ ਕਰਕੇ ਵੀ ਅੰਦਰੋਂ ਬਿਲਕੁਲ ਦੁਖੀ ਹੋਵੇ, ਤੇ ਸਕੂਨ ਰੱਬ ਦੇ ਪਿਆਰਿਆਂ ਨੂੰ। ਖੈਰ ਮੁੱਕਦੀ ਗੱਲ, ਹਰੀ ਦੇ ਜਨਾਂ ਦੇ ਵੱਡੇ ਭਾਗ ਨੇ, ਵਡੇਰੇ ਭਾਗ ਨੇ, ਜਿਨ ਹਰ ਹਰ ਸਰਦਾ ਹਰ ਪਿਆਸ, ਜਿਨ੍ਹਾਂ ਨੂੰ ਵਾਹਿਗੁਰੂ 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 ਮਨ ਬਾਣੀ ਸਰੀਰ ਕਰਕੇ ਸ਼ਰਧਾ ਹੈ ਤੇ ਵਾਹਿਗੁਰੂ ਦੇ ਮਿਲਾਪ ਦੀ ਪਿਆਸ ਹੈ। ਕਾਂਖੀ ਏਕੈ ਦਰਸ ਤੁਹਾਰੋ, ਜਿਨ੍ਹਾਂ ਨੂੰ ਕੇਵਲ ਪਰਮਾਤਮਾ ਦੇ ਦਰਸ਼ਨਾਂ ਦੀ ਆਕਾਂਖਸ਼ਾ ਹੈ, ਇੱਛਾ ਹੈ, ਇੱਛਕ ਹਨ ਵਾਹਿਗੁਰੂ ਦੇ ਦਰਸ਼ਨਾਂ ਦੇ। ਹਰੀ ਦੀ ਪਿਆਸ ਲੱਗੀ ਹੈ ਦਿਨੇ ਰਾਤ, ਤੇ ਵਾਹਿਗੁਰੂ ਦੇ ਨਾਮ ਵਿੱਚ ਮਨ ਬਾਣੀ ਸਰੀਰ ਕਰਕੇ ਸ਼ਰਧਾ, ਦੁੱਖਾਂ ਨੂੰ ਹਰਨ ਵਾਲਾ, ਸ਼ੁਭ ਗੁਣਾਂ ਦੀ ਹਰਿਆਵਲਤਾ ਨਾਲ ਹਰੇ ਭਰੇ ਕਰਨ ਵਾਲਾ, ਸ੍ਰਿਸ਼ਟੀ ਨੂੰ ਹਰੀ ਹਰ ਨਾਸ ਕਰਨ ਵਾਲਾ, ਐਸਾ ਜੋ ਵਾਹਿਗੁਰੂ ਹੈ ਨਾ, ਹਰੀ ਅਕਾਲ ਪੁਰਖ, ਐਸੇ ਵਾਹਿਗੁਰੂ ਵਾਹਿਗੁਰੂ ਨਾਮ ਨਾਲ, ਪ੍ਰਮਾਤਮਾ ਦੇ ਨਾਮ ਨਾਲ ਉਹਨਾਂ ਨੂੰ ਸਰਧਾ ਹੈ। ਜਿਨ ਸਰਧਾ ਰਾਮ ਨਾਮ ਲੱਗੀ, ਤਿਨ ਦੂਜੈ ਚਿਤ ਨ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰ ਦੀਜੈ, ਵਿਣ ਨਾਵੈ ਅਵਰ ਨਾ ਪਾਇਆ ਰਾਮ। ਹਰ ਹਰ ਨਾਮ ਮਿਲੈ ਤ੍ਰਿਪਤਾ, ਸਹਿ ਮਿਲ ਸੰਗਤ ਗੁਣ ਪ੍ਰਗਾਸ। ਕਿਉਂਕਿ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਨਾਮ ਜੇ ਪ੍ਰਾਪਤ ਹੋ ਜਾਏ ਕਿਸੇ ਨੂੰ ਨਾ, ਹਿਰਦੇ ਵਿਚਲਾ ਨਾਮ ਪ੍ਰਗਟ ਹੋ ਜਾਏ, ਤੇ ਨਾਮ ਦੁਆਰਾ ਉਹ ਜੀਵ ਤ੍ਰਿਪਤਾਸ ਹੈ। ਇਹ ਨਾਮ ਉਹਨਾਂ ਨੂੰ ਤ੍ਰਿਪਤ ਕਰ ਦਿੰਦਾ, ਤ੍ਰਿਪਤੀ ਆ ਜਾਂਦੀ ਹੈ। ਕਿਉਂਕਿ ਤ੍ਰਿਸ਼ਨਾ ਬੁਝੈ ਹਰ ਕਾ ਨਾਮ, ਮਹਾ ਸੰਤੋਖ ਹੋਵੈ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਮਹਾਨ ਸੰਤੋਖ ਅੰਦਰ ਜਨਮ ਲੈ ਲੈਂਦਾ, ਤ੍ਰਿਸ਼ਨਾ ਦੀ ਅੱਗ ਅੰਦਰੋਂ ਬੁਝ ਜਾਂਦੀ ਹੈ। ਤ੍ਰਿਪਤੀ ਮਾਨਸਿਕ ਤੌਰ ਤੇ ਸੰਤੁਸ਼ਟੀ, ਇੱਕ ਰਸ ਅਵਸਥਾ। ਮਿਲ ਸੰਗਤ ਗੁਣ ਪ੍ਰਗਾਸ, ਸੰਗਤ ਵਿੱਚ ਮਿਲ ਕੇ ਹਿਰਦੇ 'ਚ ਗੁਣਾਂ ਦਾ ਪ੍ਰਕਾਸ਼ ਹੁੰਦਾ, ਚਾਨਣ ਹੁੰਦਾ। ਵਾਹਿਗੁਰੂ ਦੀ ਪ੍ਰਾਪਤੀ ਵਾਲੇ ਗੁਣ ਸਤ, ਸੰਤੋਖ, ਦਇਆ, ਧਰਮ, ਧੀਰਜ, ਸ਼ਾਂਤੀ, ਨਿਮਰਤਾ, ਖਿਮਾ, ਭਾਵਨੀ, ਪ੍ਰੇਮ, ਇਹ ਸਾਰੇ ਗੁਣਾਂ ਦਾ ਸੰਗਤ ਵਿੱਚ ਮਿਲ ਕੇ ਅੰਦਰ ਪ੍ਰਕਾਸ਼ ਹੋ ਜਾਂਦਾ, ਚਾਨਣ ਹੋ ਜਾਂਦਾ। ਜਿਨ ਹਰ 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 ਰਸ ਨਾਮ ਨਾ ਪਾਇਆ, ਦੁੱਖਾਂ ਨੂੰ ਹਰਨ ਵਾਲੇ, ਸ਼ੁਭ ਗੁਣਾਂ ਦੀ ਹਰਿਆਵਲਤਾ ਬਖਸ਼ਣ ਵਾਲੇ, ਹਰੀ ਪ੍ਰਮਾਤਮਾ ਦੇ ਨਾਮ ਦੇ ਰਸ ਨੂੰ ਜਿਨ੍ਹਾਂ ਨੇ ਨਹੀਂ ਪ੍ਰਾਪਤ ਕੀਤਾ, ਚਖਿਆ ਹੀ ਨਹੀਂ, ਤੇ ਭਾਗਹੀਣ ਜਮ ਪਾਸ, ਉਹ ਭਾਗਾਂ ਤੋਂ ਹੀਣੇ ਲੋਕ ਨੇ, ਭਾਗਾਂ ਤੋਂ ਸਖਣੇ ਹਨ, ਉਹ ਜਾਣਗੇ ਜਮ ਦੇ ਪਾਸ, ਧਰਮਰਾਜ ਦੇ ਪਾਸ। ਉਹ ਜਮ ਅੱਗੇ ਪ੍ਰਲੋਕ ਵਿੱਚ ਧਰਮਰਾਜ ਨੂੰ ਵੀ ਜਮ ਕਹਿੰਦੇ ਨੇ, ਤੇ ਉਂਝ ਧਰਮਰਾਜ ਕੇ ਦੂਤ ਜਦੋਂ ਬਚਨ ਆਉਂਦਾ ਉਦੋਂ
ਉਹਦੇ ਜਿਹੜੇ 5 ਦੂਤ ਨੇ ਉਹਨਾਂ ਬਾਰੇ ਜ਼ਿਕਰ ਹੈ। ਏਕਾਇਲ, ਮੇਕਾਇਲ, ਇਸਰਾਇਲ, ਜਬਰਾਇਲ ਤੇ ਅਜਰਾਇਲ ਆਦਿਕ ਉਹਦੇ ਜਿਹੜੇ ਸੇਵਕ ਨੇ ਧਰਮਰਾਜ ਨੇ ਰੱਖੇ ਹੋਏ ਰੂਹਾਂ ਨੂੰ ਲਿਜਾਣ ਵਾਸਤੇ। ਉਹ ਉਹਨਾਂ ਦੇ ਜਮਾਂ ਦੇ ਪਾਸ ਉਹ ਜਾਣਗੇ ਭਾਗਹੀਣ ਲੋਕ। ਤੇ ਜਮ ਦੀ ਪਾਸ ਨਾਮ ਫਾਸ ਫਾਹੀ ਦਾ, ਜਮਾਂ ਦੀ ਫਾਹੀ ਗਲ 'ਚ ਪਵੇਗੀ ਉਹਨਾਂ ਭਾਗਹੀਣ ਲੋਕਾਂ ਦੇ, ਜਿਨ੍ਹਾਂ ਨੇ ਹਰੀ ਦੇ ਨਾਮ ਦਾ ਰਸ ਇਸ ਜੀਵਨ ਵਿੱਚ ਪ੍ਰਾਪਤ ਹੀ ਨਹੀਂ ਕੀਤਾ, ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਸਤਿਗੁਰਾਂ ਤੋਂ ਨਾਮ ਲੈਣ ਦੀ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ, ਗੁਰੂ ਕੀ ਸੰਗਤ ਵਿੱਚ ਨਹੀਂ ਆਏ। ਸੰਗਤ ਵਿੱਚ ਆਈਏ ਤੇ ਸਤਿਗੁਰੂ ਦੀ ਸ਼ਰਨ 'ਚ ਆ ਜਾਂਦਾ। ਨਾ ਸਤਿਗੁਰਾਂ ਦੀ ਸੰਗਤ ਕੀਤੀ ਆ, ਨਾ ਮਨ ਬਾਣੀ ਸਰੀਰ ਕਰਕੇ ਸਤਿਗੁਰੂ ਦੀ ਸ਼ਰਨ ਵਿੱਚ ਪਏ ਨੇ। ਸ਼ਰਨ 'ਚ ਪੈਣਾ ਕੀ ਹੁੰਦਾ? ਜਿਵੇਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਬਾਰ 'ਚ ਸੰਗਤਾਂ ਬਹੁਤ ਆਈਆਂ ਤੇ ਉਹਨਾਂ ਸੰਗਤਾਂ ਦੇ ਵਿੱਚ ਇੱਕ ਜਸਵੰਤ ਰਾਏ ਨਾਂ ਦਾ ਚੋਰ ਵੀ ਆਇਆ। ਹੁਣ ਉਹ ਸੰਗਤਾਂ ਸ਼ਰਧਾ ਨਾਲ ਨਤਮਸਤਕ ਹੋ ਰਹੀਆਂ ਸੀ। ਸਾਰਿਆਂ ਨੂੰ ਇੱਕੋ ਜਿਹੀ ਭਾਵਨਾ ਨਹੀਂ ਹੁੰਦੀ। ਵਿਖਾਵੇ ਮਾਤਰ ਚੋਰ ਵੀ ਆਇਆ, ਅੰਦਰ ਭਾਵਨਾ ਤਾਂ ਇਹ ਸੀ ਵੀ ਮੈਂ ਇਹ ਸੰਗਤਾਂ ਜਦੋਂ ਸੌਣਗੀਆਂ ਤੇ ਇਹਨਾਂ ਦੀਆਂ ਗਠੜੀਆਂ 'ਚੋਂ ਮਾਇਆ ਚੋਰੀ ਕਰਾਂਗਾ। ਇਸ ਖਿਆਲ ਨਾਲ ਆਇਆ ਸੀ, ਇਹ ਲੈਣ ਆਇਆ ਸੀ ਚੋਰੀ ਕਰਨ। ਤੇ ਫਿਰ ਸਤਿਗੁਰੂ ਮਹਾਰਾਜ ਦਾ ਸਰੂਪ ਵੇਖ ਕੇ ਕਿ ਛੋਟੀ ਜੀ ਅਵਸਥਾ ਹੈ, ਉਮਰ ਛੋਟੀ ਜੀ, ਤੇ ਉਹਨੇ ਬੱਚਾ ਹੀ ਸਮਝਿਆ ਸਤਿਗੁਰਾਂ ਨੂੰ ਭਈ ਇਹ 5-6 ਸਾਲ ਦਾ ਬੱਚਾ, ਇਹਨੂੰ ਮੱਥਾ ਟੇਕ ਕੇ ਕੀ ਮਿਲੇਗਾ? ਇਹਨੂੰ ਕੀ ਗਿਆਨ, ਇਹਨੂੰ ਕੀ ਸਮਝ? ਇਹ ਕਿੱਦਾਂ ਮਹਾਨ ਹੋ ਸਕਦਾ? ਇਹੋ ਜਿਹੇ ਤਰਕਾਂ ਉਹਦੇ ਅੰਦਰ। ਪਰ ਚਲੋ ਇਹ ਮੱਥਾ ਟੇਕ ਰਹੇ ਨੇ ਬੇਵਕੂਫ ਲੋਕ, ਤੇ ਮੈਨੂੰ ਵੀ ਮੱਥਾ ਟੇਕਣਾ ਹੀ ਪੈਣਾ। ਵਿਖਾਵਾ ਤਾਂ ਕਰਨਾ ਪੈਣਾ ਸੀ ਨਾ, ਸ਼ਰਧਾਲੂ ਬਣ ਕੇ ਵਿਖਾਉਣਾ ਸੀ। ਨਮਸਕਾਰ ਉਹਨੇ ਵੀ ਕੀਤੀ, ਮੱਥਾ ਟੇਕਿਆ ਉਸੇ ਤਰ੍ਹਾਂ। ਪਰ ਜਦੋਂ ਉਹਨੇ ਮੱਥਾ ਉਤਾਂਹ ਚੁੱਕਿਆ ਨਾ, ਸਿਰ ਤਾਂ ਚੱਕਿਆ, ਤੇ ਸਤਿਗੁਰੂ ਮਹਾਰਾਜ ਦਾ ਘਰ ਮਹਾਨ ਹੈ। ਜਿਹੜੇ ਇਹੋ ਜਿਹੀ ਭਾਵਨਾ ਨਾਲ ਵੀ ਆਉਂਦੇ ਨੇ, ਸਤਿਗੁਰੂ ਉਹਨਾਂ ਦਾ ਵੀ ਭਲਾ ਕਰਨਾ ਚਾਹੁੰਦੇ ਨੇ। ਕੁਛ ਭਾਗ ਉਹਦੇ ਜਾਗ ਪਏ ਤੇ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚੋਂ ਹੀ ਬਚਨ ਬੋਲਿਆ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਜਦੋਂ ਉਹਦੇ ਵੱਲ ਨੂੰ ਚਿਹਰਾ ਕਰਕੇ ਹਜ਼ੂਰ ਨੇ ਬੋਲ ਕੇ, ਕੋਈ ਗੱਲ ਨਹੀਂ ਹੋਈ, ਕਿਸੇ ਨੇ ਕੁਝ ਪੁੱਛਿਆ ਨਹੀਂ ਸੀ, ਅਚਨਚੇਤ ਜਦੋਂ ਇਹ ਬਚਨ ਬੋਲਿਆ ਤੇ ਉਹ ਸਮਝ ਗਿਆ, ਚਰਨਾਂ ਤੇ ਦੁਬਾਰਾ ਡਿੱਗ ਪਿਆ। ਕਿਉਂਕਿ ਮਨ ਨੇ ਮਨ ਨੂੰ ਤਰਕਾਰ ਪਾਈ, ਚੰਗਾ ਮਨ ਜਾਗ ਪਿਆ, ਸਿਆਣਾ ਮਨ ਅੰਦਰੋਂ ਜਾਗ ਪਿਆ। ਉਹ ਮਨਾ ਜਿਸ ਨੂੰ ਤੂੰ ਛੋਟੀ ਜੀ ਉਮਰ ਦਾ ਬੱਚਾ ਸਮਝ ਰਿਹਾ, ਇਹ ਤੇ ਅੰਤਰਜਾਮੀ, ਇਹ ਤੇ ਦਿਲਾਂ ਦੀਆਂ ਜਾਣਨ ਵਾਲੇ ਨੇ, ਜਿਹੜੇ ਪਹਿਲਾਂ ਹੀ ਜਾਣ ਗਏ ਵੀ ਤੂੰ ਚੋਰੀ ਕਰਨਾ ਆ, ਤੇ ਜਦੋਂ ਗਠੜੀਆਂ 'ਚੋਂ ਮਾਇਆ ਚੋਰੀ ਕਰੇਗਾ ਉਦੋਂ ਵੇਖਦੇ ਵੀ ਹੋਣਗੇ। ਤੇ ਹੁਣ ਇਦੋਂ ਅੱਗੇ ਕੁਛ ਨਹੀਂ ਹੋ, ਡਿੱਗ ਇਹਨਾਂ ਦੇ ਚਰਨਾਂ ਤੇ ਖਟਲਾ ਲਾਭ। ਤਾਂ ਫਿਰ ਉਹ ਦੜ ਕਰਕੇ ਸਤਿਗੁਰੂ ਦੇ ਚਰਨਾਂ ਦੀ ਸ਼ਰਨ 'ਚ ਡਿੱਗਾ ਤੇ ਕਿਹਾ, ਸਤਿਗੁਰੂ ਜੀ ਹੁਣ ਭਾਵੇਂ ਮਾਰ ਦਿਓ ਤੇ ਭਾਵੇਂ ਰੱਖ ਲਓ, ਮੈਂ ਤੁਹਾਡਾ ਹੋ ਗਿਆ। ਭਾਵੇਂ ਹੁਣੇ ਸਿਰ ਵੱਢ ਦਿਓ, ਮਨਜ਼ੂਰ ਆ। ਭਾਵੇਂ ਜਿਉਂਦਾ ਰੱਖ ਲਓ, ਚੋਰ ਤਾਂ ਮੈਂ ਹਾਂ, ਆਪ ਜੀ ਨੂੰ ਪਤਾ। ਤਾਂ ਚੋਰ ਤੋਂ ਸਾਧ ਬਣ ਗਿਆ। ਸੋ ਸ਼ਰਨ ਆਉਣ ਦਾ ਮਤਲਬ ਇਹੀ ਹੈ ਕਿ ਮਨ ਦੀ ਮੱਤ ਛੱਡਦੀ ਹੈ ਚਰਨਾਂ 'ਚ ਆ ਕੇ, ਤੇ ਗੁਰੂ ਮੱਤ ਨੂੰ ਗ੍ਰਹਿਣ ਕਰੀਏ, ਫਿਰ ਤਾਂ ਮੁਕੰਮਲ ਲਾਭ ਹੈ। ਤੇ ਜੇ ਵਿਖਾਵੇ ਮਾਤਰੋਂ ਜੀ ਮੱਥਾ ਹੀ ਟੇਕ ਛੱਡੀਏ, ਜਾਂ ਮੱਥਾ ਟੇਕਣ ਆਈ ਇਸ ਵਾਸਤੇ ਵੀ ਕੋਈ ਦੁਨਿਆਵੀ ਪਦਾਰਥ ਮੰਗਣੇ ਨੇ, ਇਹ ਵਪਾਰ ਵੀ ਹੈ। ਫਿਰ ਵੀ ਕੋਈ ਗੱਲ ਨਹੀਂ, ਆਪਣੇ ਲੋਭ ਕੋ ਕੀਨੋ ਮੀਤ, ਸਗਲ ਮਨੋਰਥ ਮੁਕਤ ਪਾਦੀ। ਪਰ ਇੱਕ ਦੀ ਸ਼ਰਨ ਪੈ ਰਹੀ ਹੈ। ਜੇ ਦੁਨਿਆਵੀ ਪਦਾਰਥਾਂ ਦੀ ਲੋੜ ਹੈ, ਇੱਕ ਤਾਂ ਤ੍ਰਿਸ਼ਨਾ ਨਹੀਂ ਵਧਾਉਣੀ ਚਾਹੀਦੀ। ਹਾਂ ਲੋੜ ਹੁੰਦੀ ਹੈ, ਸਰੀਰ ਧਾਰੀ ਅਸੀਂ, ਸਾਨੂੰ ਪਦਾਰਥਾਂ ਦੀ ਲੋੜ ਹੈ, ਗ੍ਰਸਤੀਆਂ ਨੂੰ ਲੋੜ ਹੈ, ਮਾਇਆ ਦੀ, ਪੈਸੇ ਧੇਲੇ ਪਦਾਰਥਾਂ ਦੀ ਲੋੜ ਪੈਣ ਤੇ ਮੰਗੀਏ। ਬਲਕਿ ਜੇ ਪਾਤਰ ਬਣ ਜਾਈਏ ਤਾਂ ਮੰਗਣ ਦੀ ਵੀ ਲੋੜ ਨਹੀਂ ਪੈਂਦੀ। ਸਤਿਗੁਰੂ ਜੀ ਆਪਣੇ ਆਪ ਹੀ ਆਪਣੇ ਸਿੱਖ ਨੂੰ ਬਖਸ਼ਦੇ ਨੇ। 4 ਪਦਾਰਥ ਆਖੀਨ ਸਤਿਗੁਰ ਦੇ, ਨਾ ਗੁਰਸਿੱਖ ਮੰਗਾ। ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਦਿੰਦੇ ਹਨ, ਪਰ ਗੁਰਸਿੱਖ ਇਹੋ ਜਿਹੀ ਅਵਸਥਾ ਵਾਲੇ ਨੇ, ਉਹ ਮੰਗਦੇ ਨਹੀਂ। ਸਤਿਗੁਰੂ ਬਖਸ਼ਦੇ ਨੇ ਆਪਣੇ ਸਿੱਖਾਂ ਨੂੰ। ਇਸ ਕਰਕੇ ਲੋੜ ਹੈ ਭਾਵਨਾ ਨਾਲ ਸਤਿਗੁਰੂ ਦੀ ਸ਼ਰਨ ਵਿੱਚ ਆਉਣ ਦੀ। ਸੋ ਹਜ਼ੂਰ ਕਹਿੰਦੇ ਨੇ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਮਨ ਬਾਣੀ ਸਰੀਰ ਕਰਕੇ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਏ, ਸੰਗਤ ਸਤਿਗੁਰਾਂ ਦੀ ਨਹੀਂ ਕੀਤੀ, ਧ੍ਰਿਗ ਜੀਵੇ ਧ੍ਰਿਗ ਜੀਵਾਸ। ਧ੍ਰਿਗ ਹੀ ਪਹਿਲਾਂ ਉਹਨਾਂ ਨੇ ਜੀਵਨ ਗੁਜ਼ਾਰਿਆ, ਧ੍ਰਿਗ ਜੀਵਾਸ ਹੁਣ ਵੀ ਧ੍ਰਿਗ ਹੀ ਜੀਵਨ ਬਤੀਤ ਕਰ ਰਹੇ ਨੇ। ਧ੍ਰਿਗ ਜੀਵਨ ਦੀ ਆਸ ਜਿਹੜੀ ਉਹਨਾਂ ਗਾਂਹ ਜੀਵਨ ਜਿਉਣ ਦੀ ਆਸ ਰੱਖੀ ਹੈ ਨਾ, ਉਹ ਵੀ ਧ੍ਰਿਗ ਹੀ ਹੈ।
ਹਜ਼ੂਰ ਨੇ ਕਿਹਾ ਧ੍ਰਿਗੇ ਆਸਾ ਦੂਜੇ ਭਾਵ ਕੀ ਜੋ ਮੋਹ ਮਾਇਆ ਚਿਤ ਲਾਏ। ਆਸਾ ਜੋ ਬੁਰੀ ਆਸਾ ਹੈ ਉਹ ਦੁਖਦਾਈ ਹੈ, ਜਾਂ ਸੰਸਾਰੀ ਵਾਸ਼ਨਾ ਆਸਾ ਇਹ ਜੰਮਣ ਮਰਨ ਦਾ ਕਾਰਨ ਹੈ। ਅੱਗੇ ਬਚਨ ਹੈ ਜਿਨ ਹਰ ਜਨ ਸਤਿਗੁਰ ਸੰਗਤ ਪਾਈ। ਜਿਨ੍ਹਾਂ ਹਰੀ ਦੇ ਜਨਾਂ ਨੂੰ ਸਤਿਗੁਰੂ ਦੀ ਸੰਗਤ ਮਿਲ ਗਈ ਹੈ, ਜਿਨ੍ਹਾਂ ਨੇ ਸਤਿਗੁਰਾਂ ਦੀ ਸੰਗਤ ਪਾਈ, ਹਰੀ ਦੇ ਜਨ ਬਣ ਗਏ। ਤਿਨ ਧੁਰ ਮਸਤਕ ਲਿਖਿਆ ਲਿਖਾਸ। ਕਿਹੜੇ ਸਤਿਗੁਰੂ ਦੀ ਸੰਗਤ ਨੂੰ ਪ੍ਰਾਪਤ ਕਰਨ ਵਾਲੇ ਤੇ ਕਿਹੜੇ ਹਰੀ ਦੇ ਜਨ ਨੇ ਜੀ, ਕਿਉਂ ਬਣੇ? ਕਿਉਂਕਿ ਹਜ਼ੂਰ ਨੇ ਲਿਖਿਆ ਹੈ ਬਚਨ ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀਓ। ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ। ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧੁਰੋਂ ਹੀ ਪ੍ਰਮਾਤਮਾ ਨੇ ਉਹਨਾਂ ਦੇ ਚੰਗੇ ਕਰਮਾਂ ਦੇ ਪ੍ਰੇਰਿਆਂ ਹੋਇਆਂ ਮਸਤਕ ਤੇ ਲਿਖ ਦਿੱਤਾ ਸੀ ਲੇਖ। ਲਿਖਾਸ ਲੇਖ ਤੇ ਲਿਖਿਆ। ਮਸਤਕ ਤੇ ਮੱਥੇ ਦੇ ਉੱਪਰ ਵਾਹਿਗੁਰੂ ਦੀ ਅਗੰਮੀ ਕਲਮ ਨੇ ਉਹਨਾਂ ਦੇ ਜਨਮ ਤੋਂ ਪਹਿਲਾਂ ਹੀ ਇਹ ਲੇਖ ਲਿਖ ਦਿੱਤਾ ਸੀ, ਤਾਂ ਉਹ ਸਤਿਗੁਰੂ ਮਹਾਰਾਜ ਦੀ ਸੰਗਤ ਵਿੱਚ ਆਏ ਤੇ ਹਰੀ ਦੇ ਜਨ ਬਣ ਗਏ, ਪੂਰਬਲੀ ਕਮਾਈ ਕਰ ਗਏ। ਦਾਸ ਦੇ ਇਲਾਕੇ 'ਚ ਇੱਕ ਬੜੇ ਗੁਰਮੁਖ ਪਿਆਰੇ ਉੱਚੀ ਅਵਸਥਾ ਵਾਲੇ ਸਨ। ਉਹ ਇਹ ਬਚਨ ਕਰਿਆ ਕਰਦੇ ਸੀ ਕਿ ਗੁਰਸਿੱਖਾਂ ਦੇ ਘਰ ਜਨਮ ਹੋਣਾ ਕੋਈ ਆਮ ਗੱਲ ਨਹੀਂ ਹੈ। ਪਿਛਲੇ ਜਨਮਾਂ ਦੇ ਅੰਦਰ ਜਿਨ੍ਹਾਂ ਨੇ ਭਗਤੀ ਵਾਲੇ ਸਾਧਨ ਕੀਤੇ ਹੋਏ ਨੇ, ਉਹਨਾਂ ਨੂੰ ਫਿਰ ਅਖੀਰ ਗੁਰਸਿੱਖਾਂ ਦੇ ਘਰ ਜਨਮ ਮਿਲਦਾ, ਗੁਰਸਿੱਖੀ ਪ੍ਰਾਪਤ ਹੁੰਦੀ ਹੈ, ਸਤਸੰਗਤ ਮਿਲਦੀ ਹੈ। ਇਹ ਬਹੁਤ ਹੀ ਉੱਚੇ ਭਾਗਾਂ ਦਾ ਫਲ ਹੈ, ਉੱਚੇ ਕਰਮਾਂ ਦਾ ਫਲ ਹੈ। ਭਾਗ ਕਰਮਾਂ ਨੂੰ ਕਹਿੰਦੇ ਨੇ, ਕਰਮਾਂ ਤੋਂ ਭਾਗ ਬਣਦੇ ਨੇ। ਇਸ ਕਰਕੇ ਹਜ਼ੂਰ ਕਹਿੰਦੇ ਉਹਨਾਂ ਦੇ ਭਾਗ ਮਸਤਕ ਤੇ ਲਿਖਿਆ ਆਇਆ ਸੀ, ਤਾਂ ਉਹਨਾਂ ਨੇ ਸਤਿਗੁਰਾਂ ਦੀ ਸੰਗਤ ਪ੍ਰਾਪਤ ਕੀਤੀ, ਹਰੀ ਦੇ ਜਨ ਬਣੇ। ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਹਜ਼ੂਰ ਕਹਿੰਦੇ ਨੇ ਧੰਨ ਪਿੱਛੇ ਵੀ ਸੀ ਸਤ ਸੰਗਤ ਤੇ ਹੁਣ ਵੀ ਸੱਚ ਦੀ ਸੰਗਤ। ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ। ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਜਿੱਥੇ ਸਤ ਦੀ ਸੰਗਤ, ਸਤ ਦੀ ਵਿਚਾਰ ਹੋਵੇ। ਸਤ ਕੌਣ ਹੈ? ਪਰਮਾਤਮਾ। ਜਿੱਥੇ ਸਤ ਅਸਤ ਦਾ ਨਿਰਣਾ ਹੋਵੇ, ਹੋਰ ਗੱਲਾਂ ਬਾਤਾਂ ਸੰਸਾਰੀ ਰੌਲਾ ਰੱਪਾ ਨਾ ਹੋਵੇ। ਉਂਝ ਤਾਂ ਕੁਝ ਬੰਦਿਆਂ ਦੇ ਇਕੱਠ ਨੂੰ ਸੰਗਤ ਕਹਿ ਲਿਆ ਜਾਂਦਾ ਵੀ ਇਹ ਕੁਝ ਬੰਦੇ ਇਕੱਠੇ ਹੋਏ ਨੇ, ਸੰਗ ਸੰਗਤ ਇਕੱਠ ਹੋਇਆ। ਇਹ ਕੁਸੰਗਤ ਹੁੰਦੀ ਹੈ। ਸੰਗ ਕੁਸੰਗੀ ਬੈਸ ਤੇ ਤਬ ਪੁੱਛਿਆ ਧਰਮਰਾਜ। ਕਬੀਰ ਜੀ ਕਹਿੰਦੇ ਕੁਸੰਗੀਆਂ ਦੀ ਸੰਗਤ ਵਿੱਚ ਬੈਠਣ ਨਾਲ ਹੀ ਧਰਮਰਾਜ ਲੇਖਾ ਜੋਖਾ ਪੁੱਛੇਗਾ ਵੀ ਤੂੰ ਉਹਨਾਂ ਦੇ ਵਿੱਚ ਬਹਿੰਦਾ ਸੀ, ਕੁਛ ਨਾ ਕੁਛ ਤਾਂ ਪੱਲੇ ਤੇਰੇ ਗਲਤੀ ਪੈਣਾ ਨਾ। ਕੁਸੰਗੀ ਜੋ ਹੈ ਜਿਨ੍ਹਾਂ ਨੇ ਮਾੜੇ ਕਰਮ ਸਿਖਾਉਣੇ ਨੇ, ਜਿਨ੍ਹਾਂ ਦੀ ਸੰਗਤ ਵਿੱਚੋਂ ਬੁਰਾਈ ਸਾਨੂੰ ਪ੍ਰਾਪਤ ਹੋਣੀ ਹੈ, ਅਧੋਗਤੀ ਨੂੰ ਪ੍ਰਾਪਤ ਹੋਣਾ, ਉਹਨੂੰ ਕੁਸੰਗਤ ਕਿਹਾ ਜਾਂਦਾ। ਤੇ ਇੱਕ ਹੈ ਸਤ ਸੰਗਤ, ਸਾਧ ਸੰਗਤ। ਸਾਧ ਸ੍ਰੇਸ਼ਟ ਜਨਾਂ ਦੀ ਸੰਗਤ, ਜਿੱਥੇ ਸਾਧਾਂ ਵਾਲੀ ਵਿਚਾਰ ਹੋਏ, ਸਾਧ ਬਣਨ ਦੀ ਪ੍ਰੇਰਨਾ ਮਿਲੇ। ਸਾਧ ਨਾਮ ਸ੍ਰੇਸ਼ਟ ਪੁਰਖ ਦਾ। ਸਤ ਸੰਗਤ ਜਿੱਥੇ ਸਤ ਅਸਤ ਦਾ ਨਿਰਣਾ ਹੋਵੇ, ਸਤ ਦੀ ਰਾਸ ਵਧੇ, ਅਸਤ ਛੱਡਦੇ ਜਾਈਏ, ਅਸਤ ਕੂੜ ਝੂਠ ਦੀ ਰਾਸ ਘਟ ਜਾਏ। ਐਸੀ ਧੰਨ ਧੰਨ ਸਤ ਸੰਗਤ ਹੈ ਜੇ ਤੂੰ ਹਰ ਰਸ ਪਾਇਆ। ਜਿਸ ਸਤ ਸੰਗਤ ਵਿੱਚੋਂ ਹਰੀ ਪ੍ਰਮਾਤਮਾ ਦਾ ਨਾਮ ਰਸ ਪ੍ਰਾਪਤ ਹੋਇਆ। ਰਾਰਾ ਰਸ ਨਰਸ ਕਰ ਜਾਣਿਆ ਹੋਏ, ਨਰਸ ਸੋ ਰਸ ਪਹਿਚਾਨਿਆ। ਇਹ ਰਸ ਛਾੜੇ ਉਹ ਰਸ ਆਵਾ, ਉਹ ਰਸ ਪੀਆ ਹੈ ਰਸ ਨਹੀਂ ਭਾਵਾ। ਇੱਕਦਮ ਤਾਂ ਨਹੀਂ ਨਾ ਗੱਲ ਬਣੇਗੀ। ਸਤ ਸੰਗਤ ਕਰਦਿਆਂ ਕਰਦਿਆਂ ਚੰਗਾ ਸੁਭਾਅ ਬਣੇਗਾ, ਸ਼ੁਭ ਗੁਣ ਆਈ ਜਾਣਗੇ ਤੇ ਔਗੁਣ ਛੁੱਟਦੇ ਜਾਣਗੇ। ਫਿਰ ਸਹਜੇ ਸਹਜੇ ਮਨ ਦੀ ਮੈਲ ਉਤਰ ਕੇ ਰਸ ਵੀ ਆਏਗਾ। ਇਸ ਪ੍ਰਕਾਰ ਕਹਿੰਦੇ ਜਿੱਥੋਂ ਹਰੀ ਦੇ ਨਾਮ ਦਾ ਰਸ ਪ੍ਰਾਪਤ ਕੀਤਾ, ਉਹ ਧੰਨ ਧੰਨ ਸਤ ਸੰਗਤ ਹੈ। ਮਿਲ ਜਨ ਨਾਨਕ ਨਾਮ ਪ੍ਰਗਾਸ। ਹਜ਼ੂਰ ਕਹਿੰਦੇ ਨੇ ਮਿਲ ਕੇ ਜਨਾਂ ਨੂੰ ਤੇ ਨਾਮ ਦਾ ਪ੍ਰਕਾਸ਼ ਚਾਨਣ ਪ੍ਰਾਪਤ ਹੋਇਆ। ਸਤਿਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਕਿ ਮਿਲ ਕੇ ਐਸੀ ਸਤ ਸੰਗਤ ਵਿੱਚ ਵਾਹਿਗੁਰੂ ਦੇ ਜਨਾਂ ਪਿਆਰਿਆਂ ਨੂੰ, ਜਾਂ ਅਸੀਂ ਜਨ ਨਾਨਕ ਭਾਵ ਸਾਨੂੰ ਨਾਮ ਦਾ ਪ੍ਰਕਾਸ਼ ਪ੍ਰਾਪਤ ਹੋਇਆ। ਉਹ ਵਾਹਿਗੁਰੂ ਦੇ ਪਿਆਰਿਆਂ ਦੀ, ਸਤਿਗੁਰੂ ਦੀ। ਜੈ ਸਤਿਗੁਰ ਤੈ ਸਤ ਸੰਗਤ ਬਣਾਈ। ਜਿੱਥੇ ਸਤਿਗੁਰੂ ਹਨ ਉੱਥੇ ਹੀ ਸਤ ਸੰਗਤ ਬਣੀ ਹੈ। ਜੇ ਗੁਰੂ ਅਧੂਰਾ ਹੋਏ ਤੇ ਉਹ ਸਤ ਸੰਗਤ ਨਹੀਂ ਹੋਏਗੀ, ਅਧੂਰੀਆਂ ਗੱਲਾਂ ਹੋਣਗੀਆਂ। ਸੋ ਇਸ ਵਾਸਤੇ ਜਹ ਸਤਿਗੁਰ ਤੈ ਸਤ ਸੰਗਤ ਬਣਾਈ,
ਧੰਨ ਸਤਿਗੁਰੂ ਜੀ ਜਿਨ੍ਹਾਂ ਦੇ ਦਰਬਾਰ ਦੀ ਸਤਸੰਗਤ ਵਿੱਚ ਧੰਨ ਧੰਨ ਸਤਸੰਗਤ ਵਿੱਚ ਮਿਲ ਕੇ ਹਰੀ ਦੇ ਨਾਮ ਦਾ ਰਸ ਪ੍ਰਾਪਤ ਕੀਤਾ ਤੇ ਨਾਮ ਦਾ ਚਾਨਣ ਹੋਇਆ। ਅਗਲਾ ਸ਼ਬਦ ਰਾਗ ਗੂਜਰੀ ਮਹੱਲਾ ਪੰਜਵਾ। ਅਗਲਾ ਸ਼ਬਦ ਇਹ ਪੰਚਮ ਪਾਤਸ਼ਾਹ ਦਾ ਗੂਜਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਹੈ। ਇਸ ਸ਼ਬਦ ਦੀ ਉਥਾਨਕਾ ਬਾਰੇ ਇਤਿਹਾਸ ਵਿੱਚ ਬਚਨ ਲਿਖੇ ਹੋਏ ਨੇ ਕਿ ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਦੇ ਕੇ ਤੇ ਆਪ ਆਗਿਆ ਕੀਤੀ ਕਿ ਤੁਸੀਂ ਇੱਥੇ ਭਾਵ ਅੰਮ੍ਰਿਤਸਰ ਸਾਹਿਬ ਚੱਕ ਰਾਮਦਾਸ ਜਾਂ ਰਾਮਦਾਸਪੁਰਾ ਉਦੋਂ ਨਾਂ ਸੀ, ਇੱਥੇ ਰਹਿਣਾ, ਸਰੋਵਰ ਦੇ ਪੌੜ ਪੱਕੇ ਕਰਵਾਉਣੇ ਤੇ ਹਰਿਮੰਦਰ ਸਾਹਿਬ ਦੀ ਰਚਨਾ ਕਰਨੀ। ਤੇ ਆਪ ਗੋਇੰਦਵਾਲ ਸਾਹਿਬ ਜਾ ਕੇ ਜੋਤੀ ਜੋਤ ਸਮਾ ਗਏ ਸਨ। ਉਹਨਾਂ ਦੇ ਬਾਅਦ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਗੱਦੀ ਤਾਂ ਆਪ ਦੇ ਗਏ ਸੀ, ਪਰ ਪ੍ਰਿਥੀ ਚੰਦ ਨੇ ਝਗੜਾ ਖੜਾ ਕਰ ਦਿੱਤਾ ਸੀ ਕਿ ਮੈਂ ਵੱਡਾ ਹਾਂ ਤੇ ਗੁਰਿਆਈ ਮੇਰੇ ਪਾਸ ਹੈ। ਔਰ ਕੁਛ ਭੋਲੇ ਭਾਲੇ ਸਿੱਖ ਉਹਦੀ ਪ੍ਰੇਰਨਾ ਕਰਕੇ ਜਾਂ ਕੁਝ ਮਾਲ ਮਤਾ ਛਕਣ ਵਾਲੇ ਮਸੰਦ, ਉਹਨਾਂ ਦੀ ਇਹ ਕੋਸ਼ਿਸ਼ ਜਾਂ ਹੰਕਾਰ ਅੰਦਰ ਵੀ ਅਸੀਂ ਪ੍ਰਿਥੀ ਚੰਦ ਨੂੰ ਗੁਰੂ ਬਣਾਉਣਾ, ਉਹ ਫਿਰ ਅੰਮ੍ਰਿਤਸਰ ਸਾਹਿਬ ਜਿਹੜੀਆਂ ਸੰਗਤਾਂ ਆਉਂਦੀਆਂ ਸੀ ਉਹਨਾਂ ਕੋਲੋਂ ਕਾਰ ਭੇਟਾ ਲੈ ਲੈਂਦੇ, ਮਾਨੋ ਕਿ ਖੋਹ ਹੀ ਲੈਂਦੇ ਸੀ, ਖਿੱਚ ਖਿੱਚ ਕੇ ਪ੍ਰਿਥੀ ਚੰਦ ਵੱਲ ਲੈ ਜਾਂਦੇ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਸੇ ਨੂੰ ਕੁਛ ਨਹੀਂ ਸੀ ਕਹਿੰਦੇ। ਆਪ ਸਮਾਧੀ ਸਥਿਤ ਸਿਮਰਨ ਵਿੱਚ ਲੀਨ ਜਿਹੜੇ ਸਿੱਖ ਆਪ ਜੀ ਕੋਲ ਆਉਂਦੇ ਸੀ ਕੋਈ, ਉਹਨਾਂ ਨੂੰ ਉਪਦੇਸ਼ ਦੇ ਦਿੰਦੇ ਸੀ ਔਰ ਉਹ ਭੇਟਾ ਸਾਰੀ ਪ੍ਰਿਥੀ ਚੰਦ ਦੇ ਮਸੰਦ ਆਦਿਕ ਲੈ ਲੈਂਦੇ ਸੀ ਤੇ ਲੰਗਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਿੱਥੇ ਚੱਲਦਾ ਸੀ ਉੱਥੇ ਭੇਜ ਦਿੰਦੇ ਸਨ। ਉਧਰੋਂ ਭਾਈ ਗੁਰਦਾਸ ਜੀ ਆਗਰੇ ਗਏ ਹੋਏ ਸੀ। ਜਦੋਂ ਵਾਪਸ ਪਰਤੇ ਤਾਂ ਰੌਲਾ ਰੱਪਾ ਜਿਹਾ ਸੁਣਿਆ ਸੀ ਉਹਨਾਂ ਨੇ ਵੀ ਕੌਣ ਗੁਰੂ ਆ, ਕੋਈ ਕਿਸੇ ਨੂੰ ਕਹਿੰਦਾ, ਕੋਈ ਕਿਸੇ ਨੂੰ। ਇਹ ਤਾਂ ਅੰਮ੍ਰਿਤਸਰ ਸਾਹਿਬ ਆ ਕੇ ਪਤਾ ਲੱਗਾ, ਇੰਨਾ ਕੁ ਪਤਾ ਲੱਗ ਗਿਆ ਵੀ ਸ੍ਰੀ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ। ਤੇ ਰਸਤੇ ਜਦੋਂ ਬਿਆਸ ਦਰਿਆ ਲੰਘਣਾ ਸੀ, ਸੰਗਤਾਂ ਵੀ ਨਾਲ ਸਨ। ਉਸ ਵੇਲੇ ਵਿਚਾਰ ਕੀਤਾ ਵੀ ਜੇ ਸੰਗਤਾਂ ਪਾਣੀ ਵਿੱਚ ਤਰ ਕੇ ਲੰਘੀਆਂ, ਬੇੜੀ ਵੀ ਕੋਈ ਨਹੀਂ ਹੈ, ਜਾਂ ਇੱਥੇ ਉਰਲੇ ਕੰਢੇ ਰਹੀਆਂ ਤਾਂ ਫਿਰ ਰਾਤ ਕੱਟਣੀ ਔਖੀ ਹੋ ਜਾਵੇਗੀ। ਸ਼ਾਮਾਂ ਦਾ ਵਕਤ ਸੀ ਤਾਂ ਉਸ ਵੇਲੇ ਕਹਿਣ ਲੱਗੇ ਵੀ ਸਤਿਗੁਰੂ ਦੇ ਉੱਤੇ ਭਰੋਸਾ ਰੱਖ ਕੇ ਤੇ ਸੰਗਤਾਂ ਆ ਜਾਓ, ਪਾਣੀ ਨੀਵਾਂ ਹੋ ਜਾਏਗਾ। ਔਰ ਇਸ ਤਰ੍ਹਾਂ ਭਰੋਸਾ ਬਣਾਇਆ ਤੇ ਪਾਣੀ ਨੀਵਾਂ ਹੋ ਗਿਆ। ਗਿੱਟੇ ਗਿੱਟੇ ਤੇ ਸਾਰੀਆਂ ਸੰਗਤਾਂ ਨੂੰ ਲੰਘਾ ਆਏ। ਅਗਲੇ ਪਾਸੇ ਕੁਝ ਬਾਲਕ ਖੇਡਦੇ ਸੀ ਤੇ ਉਹ ਉਹਨਾਂ ਦੇ ਕੋਲੋਂ ਦੀ ਲੰਘਣ ਲੱਗੇ ਭਾਈ ਗੁਰਦਾਸ ਜੀ, ਤੇ ਬਾਲਕਾਂ ਨੇ, ਬੱਚਿਆਂ ਨੇ ਕਿਹਾ ਵੀ ਜੇ ਸਤਿਗੁਰੂ ਨੂੰ ਭਾਇਆ ਤਾਂ ਇੰਜ ਹੋ ਜਾਏਗਾ। ਤਾਂ ਉਹਨਾਂ ਨੂੰ ਨਮਸਕਾਰ ਕੀਤੀ ਭਾਈ ਗੁਰਦਾਸ ਨੇ ਤੇ ਇੰਨਾ ਭਰੋਸਾ ਸਤਿਗੁਰਾਂ ਦੇ ਉੱਪਰ। ਤੇ ਫਿਰ ਜਿਸ ਵੇਲੇ ਅੰਮ੍ਰਿਤਸਰ ਸਾਹਿਬ ਆਏ ਤੇ ਇੱਥੇ ਪਤਾ ਲੱਗਾ ਵੀ ਉਧਰ ਪ੍ਰਿਥੀ ਚੰਦ ਨੂੰ ਕਹਿ ਰਹੇ ਨੇ ਉਹ ਗੁਰੂ ਆ, ਮਹਾਦੇਵ ਨੂੰ ਕੋਈ ਕਹਿ ਰਿਹਾ, ਕੋਈ ਗੁਰੂ ਅਰਜਨ ਦੇਵ ਜੀ ਨੂੰ। ਫਿਰ ਇਹਨਾਂ ਨੇ, ਸ਼ਰਧਾ ਤਾਂ ਹੈ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਤੀ, ਪਰ ਮਨ 'ਚ ਇੱਕ ਸੰਕਲਪ ਕਰ ਲਿਆ ਵੀ ਰਸਤੇ ਦੀਆਂ ਦੋਵੇਂ ਘਟਨਾਵਾਂ ਜੇ ਸ੍ਰੀ ਗੁਰੂ ਅਰਜਨ ਦੇਵ ਜੀ ਦੱਸ ਦੇਣ ਤਾਂ ਫਿਰ ਮੈਂ ਮੰਨਾਂਗਾ ਵੀ ਪ੍ਰਗਟਾਵਾ ਹੋ ਜਾਏਗਾ, ਪਤੀਜ ਜਾਏਗਾ ਮਨ ਕਿ ਠੀਕ ਗੁਰੂ ਅਰਜਨ ਦੇਵ ਜੀ ਗੁਰਿਆਈ ਦੇ ਵਾਰਸ ਨੇ। ਤਾਂ ਜਿਸ ਵੇਲੇ ਆਏ ਤਾਂ ਸਤਿਗੁਰਾਂ ਨੇ ਕਿਹਾ ਉਹ ਭਾਈ ਗੁਰਦਾਸ ਜੀ ਪਰਉਪਕਾਰੀ ਜੀ, ਸੰਗਤਾਂ ਨੂੰ ਬਿਆਸ ਦਰਿਆ ਪਾਰ ਕਰਾ ਦਿੱਤਾ, ਬੜਾ ਭਰੋਸਾ ਰੱਖਿਆ ਗੁਰੂ ਤੇ। ਤੇ ਦੂਸਰਾ ਕਹਿੰਦੇ ਫਿਰ ਉਹ ਬਾਲਕਾਂ ਨੂੰ ਵੀ ਤੁਸੀਂ ਨਮਸਕਾਰਾਂ ਕਰਦੇ ਸੀ, ਉਹ ਕਿਉਂ? ਤਾਂ ਇਸ ਤਰ੍ਹਾਂ ਫਿਰ ਭਾਈ ਗੁਰਦਾਸ ਜੀ ਚਰਨਾਂ ਤੇ ਡਿੱਗ ਪਏ। ਫਿਰ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਲੰਗਰ ਛਕਣਾ ਸੀ ਤਾਂ ਉਸ ਵੇਲੇ ਮਾਤਾ ਭਾਨੀ ਜੀ, ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ, ਉਹ ਲੰਗਰ ਦੇ ਇੰਚਾਰਜ ਸਨ, ਸਾਰੀ ਦੇਖ ਰੇਖ ਕਰਦੇ ਸੀ ਲੰਗਰ ਦੀ। ਭਾਈ ਗੁਰਦਾਸ ਜੀ ਤੇ ਸਿੱਖ ਸੰਗਤਾਂ ਉੱਥੇ ਪਹੁੰਚੀਆਂ ਤੇ ਛੋਲਿਆਂ ਤੇ ਕਣਕ ਦੇ ਆਟੇ ਦੀਆਂ ਰੋਟੀਆਂ, ਸਧਾਰਨ ਜਿਹੇ ਪ੍ਰਸ਼ਾਦੇ ਮਿਲੇ। ਭਾਈ ਗੁਰਦਾਸ ਜੀ ਨੇ ਆ ਕੇ ਫਿਰ ਸਤਿਗੁਰਾਂ ਕੋਲ ਥੋੜ੍ਹਾ ਗਿਲਾ ਕੀਤਾ ਕਿ ਮਹਾਰਾਜ ਮੈਂ ਆਪ ਜੀ ਦਾ ਮਾਮਾ ਹਾਂ ਔਰ ਸਿੱਖਾਂ ਵਿੱਚੋਂ ਮੈਂ ਪ੍ਰਚਾਰਕ ਹਾਂ ਤੇ ਮੇਰੇ ਨਾਲ ਸੰਗਤਾਂ ਆਈਆਂ ਤੇ ਮੈਨੂੰ ਵੀ ਇਹੋ ਜਿਹੇ ਸਾਦੇ ਜਿਹੇ ਪ੍ਰਸ਼ਾਦੇ ਮਿਲੇ ਤੇ ਬਾਕੀ ਆਈਆਂ ਸੰਗਤਾਂ ਨੂੰ ਕਿਹੋ ਜਿਹੇ ਭੋਜਨ ਪ੍ਰਸ਼ਾਦੇ ਮਿਲਦੇ ਹੋਣਗੇ। ਤਾਂ ਸਤਿਗੁਰੂ ਜੀ ਕਹਿਣ ਲੱਗੇ ਆਪਣੇ ਭੈਣ ਜੀ ਨੂੰ, ਭਾਵ ਸਾਡੇ ਮਾਤਾ ਭਾਨੀ ਜੀ ਨੂੰ ਤੁਸੀਂ ਜਾ ਕੇ ਪੁੱਛ ਲਓ ਵੀ ਕੀ ਕਾਰਨ ਹੈ। ਭਾਈ ਗੁਰਦਾਸ ਨੇ ਜਾ ਕੇ ਪੁੱਛਿਆ ਤਾਂ ਉਹਨਾਂ ਸਾਰੀ ਵਾਰਤਾ ਦੱਸੀ ਕਿ ਇਸ ਤਰ੍ਹਾਂ ਪ੍ਰਿਥੀ ਚੰਦ ਤੇ ਉਹਦੇ ਬੰਦੇ ਕਾਰ ਭੇਟਾ ਸੰਗਤਾਂ ਕੋਲੋਂ ਸਾਰੀ ਲੈ ਲੈਂਦੇ ਨੇ ਤੇ ਲੰਗਰ ਛਕਣ ਵਾਸਤੇ ਇੱਧਰ ਨੂੰ ਭੇਜ ਦਿੰਦੇ ਨੇ। ਫਿਰ ਭਾਈ ਗੁਰਦਾਸ ਨੇ ਇੱਕ ਉਦਮ ਕੀਤਾ। ਪਿੱਪਲੀ ਸਾਹਿਬ ਅਸਥਾਨ ਹੈ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਇੱਕ ਪਾਸੇ, ਉੱਥੇ ਜਾ ਕੇ ਉਹਨਾਂ ਨੇ ਇੱਕ ਥੜੇ ਦੇ ਉੱਪਰ ਬੈਠ ਕੇ ਚਾਦਰਾ ਵਿਛਾਤਾ, ਇੱਕ ਚੌਰ ਲੈ ਲਿਆ, ਜਿਵੇਂ ਗੁਰਿਆਈ ਦਾ ਇੱਕ ਚਿੰਨ੍ਹ ਹੈ ਚੌਰ ਸਾਹਿਬ, ਇਹ ਲੈ ਲਿਆ ਨਾਲ। ਤੇ ਉੱਥੇ ਫਿਰ ਸੰਗਤਾਂ ਨੂੰ ਉਪਦੇਸ਼ ਵੀ ਦਿੰਦੇ ਸੀ ਗੁਰੂ ਘਰ ਦਾ ਤੇ ਦੱਸਦੇ ਸਨ ਕਿ ਅਸਲੀ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਹੈ ਤੇ ਕਹਿੰਦੇ ਸਾਰੀ ਕਾਰ ਭੇਟਾ ਇੱਥੇ ਰੱਖ ਦਿਓ।
ਤੇ ਸੰਗਤਾਂ ਕੋਲੋਂ ਕਾਰ ਭੇਡਾਂ ਸਾਰੀ ਲਿਆ ਕੇ ਲੰਗਰ 'ਚ ਲਿਆਉਣ ਲੱਗੇ। ਤਾਂ ਫਿਰ ਸੰਗਤਾਂ ਨੂੰ ਨਾਲ ਲੈ ਕੇ ਭਾਈ ਗੁਰਦਾਸ ਜੀ ਜਿਸ ਵੇਲੇ ਆਏ ਤੇ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਸੀ ਕਿ ਮਹਾਰਾਜ ਤੁਸੀਂ ਕੋਈ ਯਤਨ ਹੀ ਨਹੀਂ ਕੀਤਾ ਸੱਚਾਈ ਪ੍ਰਗਟ ਕਰਨ ਦਾ, ਦੱਸਣ ਦਾ ਵੀ ਗੁਰਿਆਈ ਸਾਨੂੰ ਦਿੱਤੀ ਹੈ ਤੇ ਮੈਨੂੰ ਵੀ ਤੁਸੀਂ ਰੋਕ ਰਹੇ ਹੋ। ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤਾ, ਰਾਗ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਵਹਿ ਉਦਮ। ਭਾਵ ਸਿੱਖਿਆ ਦੇ ਰਹੇ ਨੇ ਕਿ ਅਸੀਂ ਆਪਣੇ ਮਨ ਨੂੰ ਸਮਝਾਇਆ ਹੋਇਆ ਤੇ ਰਿਜ਼ਕ ਦੀ ਖਾਤਰ ਜਾਂ ਆਪਣੀ ਪੂਜਾ ਕਰਾਉਣ ਦੀ ਖਾਤਰ ਕੀ ਤੂੰ ਉਦਮ ਕਰਦਾ। ਤਾਂ ਭਾਈ ਗੁਰਦਾਸ ਨੂੰ ਵੀ, ਸਾਨੂੰ ਵੀ, ਸਾਰੇ ਸੰਸਾਰ ਦੇ ਜੀਆਂ ਨੂੰ ਸਤਿਗੁਰੂ ਜੀ ਇੱਕ ਸਿੱਖ ਮਤ ਦੇ ਰਹੇ ਨੇ ਵੀ ਮਨ ਵਿੱਚ ਬਾਹਲੇ ਫੁਰਨੇ ਕਰੀ ਜਾਣੇ, ਹੋਰ ਧਨ ਆ ਜਾਏ, ਹੋਰ ਆ ਜਾਏ, ਮੈਂ ਕਿਤੇ ਭੁੱਖਾ ਨਾ ਮਰ ਜਾਵਾਂ, ਚਿੰਤਾ ਵਿੱਚ ਮਨੁੱਖ ਰਸਿਆ ਰਹਿੰਦਾ। ਕਾਹੇ ਰੇ ਮਨ ਚਿਤ ਵਹਿ ਉਦਮ। ਹਜ਼ੂਰ ਕਹਿੰਦੇ ਨੇ, ਹੇ ਮਨਾ, ਕਾਹਦੇ ਵਾਸਤੇ ਤੂੰ ਮਨ ਦੇ ਅੰਦਰ ਕੋਈ ਉਦਮ ਕਰਨ ਦੀ ਚਿਤਵਨੀ ਕਰਦਾ ਰਹਿਣਾ। ਆਹਰ ਇੱਕ ਕਰਦਾ ਫਿਰੈ ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ ਵਿਰਲਾ ਬੂਝੈ ਕੋਏ। ਹੋਰ ਆਹਰ ਉਦਮ ਬੜੇ ਕਰਦਾ ਫਿਰਦਾ, ਪਰ ਇੱਕ ਆਹਰ ਜਿਹੜਾ ਵਾਹਿਗੁਰੂ ਦੇ ਭਜਨ ਦਾ, ਉੱਥੇ ਇਹਨੂੰ ਮੌਤ ਪੈ ਜਾਂਦੀ। ਉੱਥੇ ਉਦਮ ਵੀ ਨਹੀਂ ਕਰਦਾ, ਆਲਸ ਕਰਦਾ, ਆਲਸ। ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ। ਇਸ ਪ੍ਰਕਾਰ ਦੀ ਹਾਲਤ ਹੈ ਇਸ ਜੀਵ ਦੀ। ਜਿਸ ਆਹਰ ਉਦਮ ਦੇ ਨਾਲ ਉਧਾਰ ਹੋਣਾ ਸੰਸਾਰ ਦਾ, ਉਸ ਉਦਮ ਨੂੰ ਕੋਈ ਵਿਰਲਾ ਹੀ ਬੁੱਝਦਾ। ਮਨੁੱਖ ਦਿਨੇ ਰਾਤ ਸਰੀਰਕ ਤੌਰ ਤੇ ਤਾਂ ਮਿਹਨਤ ਜਿਹੜੀ ਕਰਦਾ ਉਹ ਕਰਦਾ, ਥੱਕਿਆ ਮੰਨਦਾ ਵੀ ਘਰ ਆਉਂਦਾ ਤੇ ਫਿਰ ਵੀ ਚਿਤਵਨੀਆਂ ਕਰਦਾ ਰਹਿੰਦਾ ਵੀ ਕਿਸ ਤਰੀਕੇ ਨਾਲ ਬਹੁਤਾ ਧਨ ਘਰ 'ਚ ਖੱਟ ਕੇ ਲਿਆਈਏ। ਇਹ ਹਜ਼ੂਰ ਦੱਸ ਰਹੇ ਨੇ ਵੀ ਹੇ ਮਨਾ, ਕਾਹਦੇ ਵਾਸਤੇ ਇੰਨਾ ਉਦਮ ਚਿਤਵਦਾ, ਉਦਮ ਦੀ ਚਿਤਵਨੀ ਕਿਉਂ ਕਰਦਾ, ਕਿਸ ਵਾਸਤੇ। ਜਾਂ ਆਹਰ ਹਰ ਜੀਉ ਭਰਿਆ। ਜਦੋਂ ਕਿ ਹਰੀ ਪਰਮਾਤਮਾ ਜੀ ਹੀ ਆਹਰ ਉਦਮ ਵਿੱਚ ਪਏ ਹੋਏ ਨੇ, ਪਰਮਾਤਮਾ ਉਦਮ ਵਿੱਚ ਪਿਆ ਹੋਇਆ ਸਾਰੇ ਜੀਆਂ ਤੱਕ ਰਿਜ਼ਕ ਪਹੁੰਚਾਉਣ ਦਾ ਜਿਹੜਾ ਉਦਮ ਹੈ ਨਾ, ਇਹ ਪਰਮਾਤਮਾ ਖੁਦ ਕਰਦਾ ਹੈ। ਵਾਹਿਗੁਰੂ ਨੂੰ ਫਿਕਰ ਹੈ। ਸੈਲ ਪੱਥਰ ਮਹਿ ਜੰਤ ਉਪਾਏ ਤਾ ਕਾ ਰਿਜ਼ਕ ਆਗਿਆ ਕਰ ਤਰਿਆ। ਇੱਕ ਹਜ਼ੂਰ ਦਾ ਬਚਨ ਹੈ, ਪਹਿਲੋਂ ਦੇ ਤਾਂ ਰਿਜ਼ਕ ਸਮਾਹਾ, ਪਿੱਛੋਂ ਦੇ ਤਾਂ ਜੰਤ ਉਪਾਹਾ। ਇਹ ਵਾਹਿਗੁਰੂ, ਜੀਵ ਦਾ ਜਨਮ ਬਾਅਦ ਵਿੱਚ ਹੁੰਦਾ ਤੇ ਤੂੰ ਉਹਦੀ ਖੁਰਾਕ, ਉਹਦਾ ਰਿਜ਼ਕ ਪਹਿਲਾਂ ਪੈਦਾ ਕਰ ਦਿੰਦਾ। ਜਿਵੇਂ ਮਾਂ ਦੇ ਅਸਥਣਾ ਵਿੱਚ ਬੱਚੇ ਦੀ ਪੈਦਾਇਸ਼ ਤੋਂ ਪਹਿਲਾਂ ਹੀ ਦੁੱਧ ਪੈਦਾ ਹੋ ਜਾਂਦਾ। ਇਹ ਵਾਹਿਗੁਰੂ ਦੀ ਖੇਡ ਹੀ ਆ। ਸੋ ਇਸ ਪ੍ਰਕਾਰ ਭਾਈ ਮਰਦਾਨਾ ਜੀ ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕੋਲ ਸੁਲਤਾਨਪੁਰ ਲੋਧੀ ਸੀ, ਤਾਂ ਹਜ਼ੂਰ ਕਹਿਣ ਲੱਗੇ ਚਲੀਏ ਆਪਾਂ। ਬਾਬਾ ਦੇਖਿਆ ਧਾਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਬੇ ਸਾਂਗ ਬਣਾਇਆ ਉਦਾਸੀ ਗਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਜਿਸ ਵੇਲੇ ਚੱਲੇ ਤਾਂ ਭਾਈ ਮਰਦਾਨਾ ਜੀ ਨੇ ਕਿਹਾ, ਮਹਾਰਾਜ ਪਰਿਵਾਰ ਪਿੱਛੇ ਭੁੱਖਾ ਮਰ ਜਾਏਗਾ, ਤੁਸੀਂ ਤਾਂ ਮਹਾਰਾਜ ਸੁਤੰਤਰ ਹੋ ਤੇ ਮੈਂ ਗ੍ਰਸਤੀ, ਮੇਰੇ ਬੱਚੇ। ਤਾਂ ਹਜ਼ੂਰ ਕਹਿਣ ਲੱਗੇ, ਸੁਣ ਮਰਦਾਨੇ ਲੇਤ ਹੈ ਸਭ ਕੀ ਸੁਧ ਕਰਤਾਰ, ਦੇਹ ਬਣੀ ਪਛਤਾਤ ਹੈ ਪੂਰਬ ਬਣਾ ਆਹਾਰ। ਹੇ ਭਾਈ ਮਰਦਾਨਾ ਜੀ, ਸਭਨਾਂ ਦੀ ਖਬਰਸਾਰ ਲੈਣ ਵਾਲਾ ਕਰਤਾਰ ਹੈ। ਦੇਹ ਬਾਅਦ ਵਿੱਚ ਬਣਦੀ ਹੈ, ਭੋਜਨ ਖੁਰਾਕ ਪ੍ਰਮਾਤਮਾ ਉਹਦੇ ਹਿੱਸੇ ਦੀ ਪਹਿਲਾਂ ਬਣਾ ਦਿੰਦਾ। ਇਸ ਕਰਕੇ ਇਹ ਚਿੰਤਾ ਨਹੀਂ ਕਰਨੀ ਚਾਹੀਦੀ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਜਿਸ ਨੇ ਸਾਰਾ ਜਗਤ ਪੈਦਾ ਕੀਤਾ ਉਹ ਕਰਤਾ ਚਿੰਤਾ ਕਰੇ। ਅਸੀਂ ਆਪੇ ਤੇ ਬਣੇ ਨਹੀਂ, ਸਾਨੂੰ ਤੇ ਉਪਾਇਆ ਪੈਦਾ ਕੀਤਾ ਵਾਹਿਗੁਰੂ ਜੀ ਨੇ। ਇਸ ਕਰਕੇ ਸੈਲ ਪੱਥਰ ਮਹਿ ਜੰਤ ਉਪਾਏ, ਜਿਹੜੀਆਂ ਖੁਸ਼ਕ ਚਟਾਨਾਂ ਹਨ, ਪਹਾੜਾਂ ਵਿੱਚ ਸਿਲਾ ਹਨ, ਪੱਥਰ ਹਨ, ਉਹਨਾਂ ਦੇ ਅੰਦਰ ਜਿਹੜੇ ਛੋਟੇ ਛੋਟੇ ਜੰਤ ਪੈਦਾ ਕੀਤੇ ਆ, ਜਿਵੇਂ ਸ਼ੱਕਰ ਖੋਰ ਕੀੜਾ। ਤੇ ਇਸ ਪ੍ਰਕਾਰ ਉਹਦੀ ਖੁਰਾਕ ਸ਼ੱਕਰ ਹੀ ਆ, ਪੱਥਰ ਦੇ ਅੰਦਰ ਹੀ ਪਰਮਾਤਮਾ ਪੈਦਾ ਕਰ ਦਿੰਦਾ। ਜਿੰਨਾ ਚਿਰ ਉਹਦਾ ਜੀਵਨ ਰੱਖਣਾ ਉਹਨੂੰ ਖੁਰਾਕ ਵੀ ਦਿੰਦਾ। ਇੱਕ ਇਸ ਸੰਬੰਧ ਵਿੱਚ ਬਚਨ ਵੀ ਯਾਦ ਆਇਆ, ਸ਼੍ਰੀਮਾਨ ਸੰਤ ਸੁੰਦਰ ਸਿੰਘ ਖਾਲਸਾ ਪਿੰਡਰਾਂ ਵਾਲੇ, ਪਾਕਿਸਤਾਨ ਬਣਨ ਤੋਂ ਪਹਿਲਾਂ ਦੀਆਂ ਗੱਲਾਂ। 1930 ਵਿੱਚ ਉਹਨਾਂ ਸਰੀਰ ਤਿਆਗਿਆ, ਉਦੋਂ ਪਹਿਲਾਂ ਦੀ ਇਹ ਘਟਨਾ ਹੈ। ਉਹ ਪੈਦਲ ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ ਲਾਹੌਰ ਆਦਿਕ ਗੁਰਸਥਾਨਾਂ ਦੇ ਦਰਸ਼ਨ ਕਰਕੇ ਤੇ ਚੜ੍ਹਦੇ ਪੰਜਾਬ ਨੂੰ ਆ ਰਹੇ ਸੀ। ਜ਼ਿਲ੍ਹਾ ਗੁਰਦਾਸਪੁਰ ਵਿੱਚ ਜਿਹੜਾ ਧਾਰੀਵਾਲ ਨਗਰ ਹੈ, ਉੱਥੇ ਇੱਕ ਨਹਿਰ ਦੇ ਉੱਤੇ ਪੁਲ ਬਣਦਾ ਸੀ ਤੇ ਉਹ ਪੁਰਾਣੇ ਸਮੇਂ 'ਚ ਇੱਕ ਛੋਟੀ ਜਿਹੀ ਮਸ਼ੀਨ ਸੀ ਜਿਹਦੇ ਨਾਲ ਉਹ ਮਜ਼ਦੂਰ ਪੱਥਰ ਨੂੰ ਚੀਰਦੇ ਸਨ। ਇੱਕ ਪੱਥਰ ਦੇ ਦੋ ਟੁਕੜੇ ਜਦੋਂ ਕੀਤੇ ਤੇ ਉਹਨੇ ਚਿਰ ਨੂੰ ਸੰਤ ਉੱਥੇ ਪਹੁੰਚ ਗਏ ਤੇ ਖੜ ਗਏ ਮਹਾਂਪੁਰਸ਼। ਤਾਂ ਸਿੰਘਾਂ ਨੂੰ ਕਹਿਣ ਲੱਗੇ, ਆਓ ਸਿੰਘੋ ਤੁਹਾਨੂੰ ਕੁਝ ਵਿਖਾਈਏ।
ਔਰ ਕੋਲ ਖੜ ਕੇ ਸਾਰੇ ਕਹਿਣ ਲੱਗੇ ਵੀ ਆਹ ਜਿਹੜਾ ਪੱਥਰ ਦੋ ਟੁਕੜੇ ਹੋਇਆ, ਆਹ ਵੇਖੋ ਇਹਦਾ ਇੱਕ ਜਿਹੜਾ ਟੁਕੜਾ ਇਹਦੇ ਵਿੱਚ ਕੁਛ ਹੈ। ਔਰ ਉਹ ਸਿੰਘ ਨੇ ਨੂੰ ਆਗਿਆ ਕੀਤੀ ਵੀ ਇਹ ਜਿਹੜਾ ਵਿੱਚ ਟੋਆ ਜਿਹਾ ਇਹਦੇ 'ਚ ਭੁਰਭੁਰਾ ਜਿਹਾ ਪਦਾਰਥ ਪਰੇ ਕਰ। ਪਰੇ ਕੀਤਾ, ਥੱਲੇ ਕੀੜਾ ਸੀ। ਤੇ ਮਹਾਂਪੁਰਸ਼ ਕਹਿੰਦੇ ਆ ਜਿਹੜਾ ਪਦਾਰਥ ਥੋੜ੍ਹਾ ਜ਼ਬਾਨ 'ਤੇ ਲਾ ਕੇ ਚੱਖ ਭਲਾ। ਚੱਖਿਆ ਤੇ ਸ਼ੱਕਰ ਵਰਗਾ ਸਵਾਦ ਆਇਆ। ਸੰਤ ਕਹਿਣ ਲੱਗੇ ਭਾਈ ਇਹ ਸ਼ੱਕਰ ਖੋਰ ਕੀੜਾ ਬਣਾਇਆ ਵਾਹਿਗੁਰੂ ਨੇ, ਤੇ ਵੇਖ ਲਓ ਪੱਥਰ ਵਿੱਚ ਕੋਈ ਮੁਸਾਮ ਨਹੀਂ, ਕੋਈ ਤਰੇੜ ਨਹੀਂ, ਕੋਈ ਕਿਸੇ ਪ੍ਰਕਾਰ ਦਾ ਛੇਕ ਨਹੀਂ। ਜਿੱਧਰ ਦੀ ਇਹ ਕੀੜਾ ਵਿੱਚ ਵੜਿਆ ਹੋਵੇ ਜਾਂ ਕਿਸੇ ਨੇ ਇਹਦੇ ਵਿੱਚ ਖੁਰਾਕ ਭੇਜੀ ਹੋਵੇ ਸ਼ੱਕਰ, ਇੱਥੇ ਹੀ ਇਹਨੂੰ ਪੈਦਾ ਕੀਤਾ ਤੇ ਇੱਥੇ ਦੀ ਖੁਰਾਕ ਵੀ ਪੈਦਾ ਕੀਤੀ ਹੋਈ ਹੈ ਵਾਹਿਗੁਰੂ ਨੇ। ਕਹਿੰਦੇ ਇਹੋ ਹੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਤੁਹਾਡੇ ਸਾਹਮਣੇ ਪ੍ਰਗਟ ਕਰਨੇ ਸੀ। ਕਾਹੇ ਰੇ ਮਨ ਚਿਤ ਵਹਿ ਉਦਮ ਜਾ ਹਰ ਹਰ ਜੀ ਉਪਰਿਆ, ਸੈਲ ਪੱਥਰ ਮਹਿ ਜੰਤ ਉਪਾਏ ਤਾ ਕਾ ਰਿਜ਼ਕ ਆਗਿਆ ਕਰ ਤਰਿਆ। ਜਿਹੜੇ ਜੀ ਜੰਤ ਛੋਟੇ ਵੱਡੇ ਪੈਦਾ ਕੀਤੇ, ਤਿੰਨਾਂ ਦਾ ਰਿਜ਼ਕ ਵੀ ਉਹਨਾਂ ਦੇ ਅੱਗੇ ਕਰਕੇ ਰੱਖਿਆ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਵੈਸੇ ਤਾਂ ਮਾਇਆਪਤੀ ਪਰਮਾਤਮਾ ਦਾ ਵਾਚਕ ਹੈ ਮਾਧੋ ਸ਼ਬਦ, ਮਾਇਆ ਦਾ ਧਾਓ ਪਤੀ। ਤੇ ਇੱਕ ਇਤਿਹਾਸਕ ਸਾਖੀ ਵੀ ਹੈ ਵੀ ਇਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਸੀ ਭਾਈ ਮਾਧੋ, ਤੇ ਉਹ ਜਿੱਥੇ ਪ੍ਰਚਾਰ ਕਰਨ ਗਿਆ ਹੋਇਆ ਸੀ ਉਸ ਇਲਾਕੇ ਦੇ ਵਿੱਚ ਕੋਈ ਪ੍ਰੇਮੀ ਨੌਜਵਾਨ ਕਿਸੇ ਸ਼ਾਹੂਕਾਰ ਦੇ ਮੁੰਡੇ ਸੀ, 4 ਜਾਂ 5, ਤੇ 4 ਮੁੰਡੇ ਸੀ ਲੜਕੇ, ਤੇ ਉਹ 3 ਤਾਂ ਕਾਰੋਬਾਰ ਕਰਦੇ ਸੀ। ਇੱਕ ਜਿਹੜਾ ਉਹ ਸਤਸੰਗਤ ਕਰਦਾ ਸੀ, ਭਜਨ ਬੰਦਗੀ ਵੱਲ ਧਿਆਨ ਸੀ, ਉਹ ਕਾਰੋਬਾਰ ਨਹੀਂ ਸੀ ਕਰਦਾ, ਬਹੁਤ ਘੱਟ ਕੰਮ ਕਰਦਾ ਸੀ। ਤੇ ਪਿਤਾ ਉਹਦੇ ਨਾਲ ਨਾਰਾਜ਼ ਸੀ ਤੇ ਕਿਧਰੇ ਚੋਰੀ ਦਾ ਇਲਜ਼ਾਮ ਉਸ 'ਤੇ ਲੱਗਾ ਉਸ ਲੜਕੇ ਦੇ। ਤਾਂ ਉਸ ਵੇਲੇ ਪਿਤਾ ਕੋਲ ਖੜਿਆ, ਪਿਤਾ ਕਹਿਣ ਲੱਗਾ ਮੇਰਾ ਪੁੱਤ ਹੀ ਨਹੀਂ ਹੈ। ਤੇ ਮੁੜ ਕੇ ਫਿਰ ਭਾਈ ਮਾਧੋ ਜੀ ਕੋਲ ਲਿਆਂਦਾ ਤੇ ਉਹਨੂੰ ਪੁੱਛਿਆ ਜੀ ਇਹ ਚੋਰ ਫੜਿਆ, ਇਹਦੇ ਨਾਲ ਕੋਈ ਤੁਹਾਡਾ ਸੰਬੰਧ ਆ? ਤਾਂ ਭਾਈ ਮਾਧੋ ਜੀ ਆਪਣੀ ਮੌਜ ਮਸਤੀ 'ਚ ਬੈਠੇ ਸੀ। ਕਹਿੰਦੇ ਚੋਰ ਸਾਧ ਸਭ ਬਰਾਬਰ ਹੀ ਆ ਸਾਡੇ ਵਾਸਤੇ, ਕੌਣ ਚੋਰ ਤੇ ਕੌਣ ਸਾਧ। ਉਹ ਲੈ ਗਏ ਤਾਂ ਉਹਨੂੰ ਸੂਲੀ 'ਤੇ ਚਾੜਨ ਲੱਗੇ ਸੀ। ਉਸ ਵੇਲੇ ਸੂਲੀ ਜਿਹੜੀ ਸੀ ਲੱਕੜ ਦੀ ਉਹ ਹਰੀ ਹੋ ਗਈ ਕਹਿੰਦੇ। ਤੇ ਇਸ ਪ੍ਰਕਾਰ ਫਿਰ ਉਹਨੂੰ ਛੱਡਤਾ ਵੀ ਇਹ ਕੋਈ ਸੱਚਾ ਭਗਤ ਜਾਪਦਾ, ਵਾਹਿਗੁਰੂ ਨੇ ਇਹਨੂੰ ਮਰਨ ਨਹੀਂ ਦਿੱਤਾ। ਤੇ ਫਿਰ ਭਾਈ ਮਾਧੋ ਜੀ ਉਹਨੂੰ ਤੇ ਹੋਰ ਸੰਗਤਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਸਾਹਿਬ ਆਏ। ਤਾਂ ਜਦੋਂ ਸਤਿਗੁਰੂ ਜੀ ਇਹ ਸ਼ਬਦ ਉਚਾਰਨ ਕਰ ਰਹੇ ਸੀ ਉਸ ਵੇਲੇ ਭਾਈ ਮਾਧੋ ਜੀ ਪਹੁੰਚੇ। ਤਾਂ ਇਹ ਇਤਿਹਾਸਕ ਬਚਨ ਹੈ ਕਿ ਸਤਿਗੁਰੂ ਮਹਾਰਾਜ ਨੇ ਭਾਈ ਮਾਧੋ ਜੀ ਨੂੰ ਮੁਖਾਤਬ ਹੋ ਕੇ ਬਚਨ ਕੀਤਾ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਵੇਖ ਲਓ ਭਾਈ ਮਾਧੋ ਜੀ, ਇਹ ਤੁਸੀਂ ਸਤਸੰਗੀ ਹੋ, ਸਤ ਸੰਗਤ ਕਰਾਉਂਦੇ ਹੋ ਹੋਰਨਾਂ ਨੂੰ ਵੀ ਆਪਣੇ ਨਾਲ ਮਿਲਾ ਕੇ, ਤੇ ਜਿਹੜਾ ਸਤ ਸੰਗਤ ਵਿੱਚ ਮਿਲੇ ਉਹ ਤਰ ਗਿਆ ਸੰਸਾਰ ਤੋਂ। ਗੁਰ ਪ੍ਰਸਾਦ ਪਰਮ ਪਦ ਪਾਇਆ। ਗੁਰੂ ਦੀ ਪ੍ਰਸਾਦ ਪ੍ਰਸੰਨਤਾ, ਗੁਰੂ ਦੇ ਰਿਝਣ ਤੇ ਗੁਰੂ ਦੀ ਖੁਸ਼ੀ ਨਾਲ ਉਹਨਾਂ ਗੁਰਮੁਖਾਂ ਨੇ ਪਰਮ ਪਦਵੀ ਪ੍ਰਾਪਤ ਕੀਤੀ। ਸੂਕੇ ਕਾਸ਼ਟ ਹਰਿਆ, ਜਿਹੜੇ ਪਹਿਲਾਂ ਸੁੱਕੀ ਹੋਈ ਲੱਕੜ ਵਰਗੇ ਸੀ, ਜਿਵੇਂ ਇਹ ਜਿਹੜਾ ਭਾਈ ਮਾਧੋ ਦਾ ਸੰਗੀ ਸੀ ਉਹਦੇ ਵਾਸਤੇ ਸੁੱਕੀ ਲੱਕੜ ਵੀ ਹਰੀ ਹੋ ਗਈ। ਇਹ ਤਾਂ ਬਾਹਰੀ ਬਚਨ ਹੈ। ਅੰਤਰੀਵ ਹੈ ਕਿ ਹੇ ਮੇਰੇ ਮਾਇਆਪਤੀ ਵਾਹਿਗੁਰੂ ਪ੍ਰਮਾਤਮਾ ਜੀ, ਤੁਹਾਡੇ ਨਾਮ ਦੀ ਸਤਸੰਗਤ ਕਰਨ ਵਾਲਿਆਂ ਵਿੱਚ ਜਿਹੜੇ ਮਿਲੇ ਉਹ ਤਰ ਗਿਆ। ਜਿਹੜਾ ਵੀ ਮਿਲਿਆ ਆ ਕੇ ਗੁਰੂ ਦੀ ਕਿਰਪਾ ਨਾਲ ਉਹਨੇ ਪਰਮ ਪਦਵੀ ਪ੍ਰਾਪਤ ਕੀਤੀ। ਤੇ ਸੁੱਕਾ ਹੋਇਆ ਖੁਸ਼ਕ ਲੱਕੜ ਵਰਗਾ ਜਿਹੜਾ ਮਨ ਸੀ, ਇਹ ਕਾਸ਼ਟ ਸੁੱਕੀ ਲੱਕੜ ਵਰਗਾ, ਕਾਸ਼ਟ ਮੈਨੇ ਕਾਠ ਲੱਕੜ, ਹਰਿਆ, ਇਹ ਹਰਿਆ ਭਰਿਆ ਹੋ ਗਿਆ। ਮਨ ਖਿੜਿਆ ਹਰਿਆ ਬਾਗ। ਪਹਿਲਾਂ ਇਹ ਸੁੱਕੀ ਲੱਕੜ ਵਰਗਾ ਸੀ ਮਨ, ਖੁਸ਼ਕ, ਇਹਦੇ 'ਚ ਕੁਛ ਨਹੀਂ ਸੀ। ਹੁਣ ਹਰਿਆ ਭਰਿਆ ਹੋ ਗਿਆ ਸ਼ੁਭ ਗੁਣਾਂ ਦੇ ਨਾਲ, ਇਹਦੇ 'ਚ ਹਰਿਆਲੀ ਆ ਗਈ ਹੈ। ਐਸਾ ਵਾਹਿਗੁਰੂ ਦੇ ਨਾਮ ਦਾ ਪ੍ਰਤਾਪ ਹੈ, ਐਸਾ ਸਤਸੰਗਤ ਦਾ ਲਾਭ ਹੈ। ਰਹਾਓ, ਜਨਨ ਪਿਤਾ ਲੋਕ ਸੁਤ ਬਨਤਾ। ਜਨਨ ਜਨਨੀ ਮਾਂ, ਪਿਤਾ ਤੇ ਲੋਕ ਜਿੰਨੀ ਜਨਤਾ ਪਬਲਿਕ ਸੰਬੰਧੀ ਮਿੱਤਰ ਦੋਸਤ ਆਦਿਕ, ਸੁਤ ਪੁੱਤਰ, ਬਨਤਾ ਇਸਤਰੀ ਧਰਮ ਪਤਨੀ, ਕੋਈ ਨਾ ਕਿਸ ਕੀ ਧਰਿਆ। ਕੋਈ ਕਿਸੇ ਦਾ ਆਸਰਾ ਰੂਪ ਨਹੀਂ ਹੈ। ਕਿਸੇ ਨੇ ਵੀ ਕਿਸੇ ਵਾਸਤੇ ਕੋਈ ਰਿਜ਼ਕ ਹੱਥ ਤੇ ਨਹੀਂ ਰੱਖਿਆ ਹੋਇਆ ਵੀ ਕੋਈ ਕਿਸੇ ਨੂੰ ਦੇ ਦਿੰਦਾ। ਕਿਸੇ ਦੇ ਕਰਮਾਂ ਦਾ ਕੋਈ ਨਹੀਂ ਖਾਂਦਾ। ਸੋ ਹਜ਼ੂਰ ਕਹਿੰਦੇ ਨੇ ਕੋਈ ਕਿਸੇ ਦੀ ਧਰਿਆ ਆਸਰਾ ਧਰ ਨਹੀਂ ਹੈ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ। ਸਿਰਜ ਸਿਰਜ ਕੇ ਜੀਆਂ ਨੂੰ, ਸਿਰ ਬਸਿਰ ਜਿੰਨੇ ਲੋਕ ਹਨ,
ਸਾਰਿਆਂ ਦਾ ਰਿਜ਼ਕ ਸੰਭਾਹੇ ਮੈਨੇ ਪਹੁੰਚਾਉਂਦਾ ਹੈ ਠਾਕੁਰ ਵਾਹਿਗੁਰੂ। ਸਿਰਜ ਸਿਰਜ ਕੇ ਸਿਰ ਬਸਿਰ, ਸਾਰੇ ਭਾਵ ਜਿੰਨੇ ਲੋਕ ਹਨ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਸਿਰਜਿਆ, ਉਹਨਾਂ ਦਾ ਰਿਜ਼ਕ ਸੰਭਾਹੇ ਅਪੜਾਉਂਦਾ ਪਹੁੰਚਾਉਂਦਾ ਹੈ ਵਾਹਿਗੁਰੂ ਠਾਕੁਰ ਮਾਲਕ। ਕਾਹੇ ਮਨ ਭਉ ਕਰਿਆ, ਹੇ ਮਨਾ ਤੂੰ ਫਿਰ ਕਾਹਦੇ ਵਾਸਤੇ ਭਉ ਡਰ ਕਰਦਾ ਮਨ ਅੰਦਰ ਵੀ ਮੈਨੂੰ ਕੁਛ ਮਿਲੇਗਾ ਨਹੀਂ, ਮੈਨੂੰ ਰਿਜ਼ਕ ਨਹੀਂ ਮਿਲੇਗਾ, ਮੈਂ ਭੁੱਖਾ ਮਰ ਜਾਵਾਂਗਾ। ਜਿਵੇਂ ਸ਼੍ਰੀਮਾਨ ਸੰਤ ਗੁਰਬਚਨ ਸਿੰਘ ਖਾਲਸਾ ਜੀ ਨੂੰ ਕਿਸੇ ਪ੍ਰੇਮੀ ਨੇ ਇੱਕ ਵਾਰੀ ਪੁੱਛਿਆ, ਜੀ ਕੋਈ ਪਰਿਵਾਰ ਦਾ ਮੁਖੀ ਹੋਵੇ ਤੇ ਉਹਦੇ 2 4 5 7 ਜੀ ਹੋਣ ਪਰਿਵਾਰ ਦੇ, ਤੇ ਉਸ ਪਰਿਵਾਰ ਦੇ ਮੁਖੀ ਨੂੰ ਚਿੰਤਾ ਲੱਗੀ ਰਹਿੰਦੀ ਆ ਤੇ ਇਹਨਾਂ ਬੱਚਿਆਂ ਨੂੰ ਪੜ੍ਹਾਉਣਾ ਲਿਖਾਉਣਾ ਜਾਂ ਇਹਨਾਂ ਦਾ ਅੰਨ ਪਾਣੀ ਦਾ ਪ੍ਰਬੰਧ, ਬਸਤਰਾਂ ਦਾ, ਫਿਰ ਵਿਆਹ ਕਰਨੇ ਨੇ, ਕੋਠੇ ਮਠਲੇ ਛੱਤਣੇ ਨੇ, ਇਹ ਚਿੰਤਾ ਗ੍ਰਸਤੀਆਂ ਹੁੰਦੀ ਹੈ। ਤੁਸੀਂ ਇਹ 150 ਸਿੰਘ ਦਾ ਜਥਾ ਲੈ ਕੇ ਵਿਚਰਦੇ ਹੋ, ਇਹ ਤਾਂ ਮੰਨਿਆ ਵੀ ਇਹਨਾਂ ਦੇ ਵਿਆਹਾਂ ਬਾਰੇ ਜਾਂ ਇਹਨਾਂ ਦੇ ਕੋਠੇ ਮਠਲੇ ਛੱਤਣ ਦਾ ਤੁਹਾਨੂੰ ਫਿਕਰ ਨਹੀਂ, ਪਰ ਇਹਨਾਂ ਦਾ ਰੋਜ਼ ਭੋਜਨ 150 ਬੰਦੇ ਦਾ ਭੋਜਨ ਦੁਪਹਿਰਾਂ ਨੂੰ, 150 ਦਾ ਸ਼ਾਮ ਨੂੰ, ਕੱਪੜੇ ਬਸਤਰ, ਇਹ ਤੇ ਚਿੰਤਾ ਤੁਹਾਨੂੰ ਵੀ ਹੁੰਦੀ ਹੋਵੇਗੀ। ਤੇ ਮਹਾਂਪੁਰਸ਼ ਹੱਸ ਪਏ, ਕਹਿੰਦੇ ਪ੍ਰੇਮੀਆਂ ਅਸੀਂ ਚਿੰਤਾ ਕਦੇ ਨਹੀਂ ਕੀਤੀ ਤੇ ਭੁੱਖਾ ਕਦੇ ਕੋ ਰਿਹਾ ਨਹੀਂ। ਕੱਲੇ ਕੱਲੇ ਸਿੰਘ ਨੂੰ ਪੁੱਛ ਲਾ ਤੇ ਕਦੇ ਕੋ ਭੁੱਖਾ ਰਿਹਾ ਨਾ। ਅਸੀਂ ਕਿਸੇ ਤੋਂ ਕੁਝ ਮੰਗਦੇ ਹਾਂ ਨਾ ਚਿੰਤਾ ਕਰਦੇ ਹਾਂ। ਵਾਹਿਗੁਰੂ ਪ੍ਰਮਾਤਮਾ ਤੇ ਟੇਕ ਆ ਸਾਡੀ, ਤੇ ਨਾ ਇਹ ਸਾਡੇ ਨੇ, ਇਹ ਗੁਰੂ ਮਹਾਰਾਜ ਦੇ ਸਿੱਖ ਨੇ, ਅਸੀਂ ਵੀ ਉਸ ਦੇ ਨਿਮਾਣੇ ਦਾਸ ਹਾਂ। ਦੇਣ ਵਾਲਾ ਤਾਂ ਇੱਕ ਹੀ ਹੈ ਵਾਹਿਗੁਰੂ ਪ੍ਰਮਾਤਮਾ। ਇਸ ਪ੍ਰਕਾਰ ਇੱਕ ਹੋਰ ਘਟਨਾ ਯਾਦ ਆਈ। ਪਿੰਡਰ ਕਲਾਂ ਵਿਖੇ ਇੱਕ ਬਾਪੂ ਨਾਜਰ ਸਿੰਘ ਜੀ ਰਹਿੰਦੇ ਸੀ। ਜਦੋਂ ਦਾਸ ਉਹਨਾਂ ਨੂੰ ਮਿਲਿਆ ਉਦੋਂ ਬਹੁਤ ਬਿਰਧ ਹੋਏ ਹੋਏ ਸੀ। ਮੈਂ ਉਹਨਾਂ ਨੂੰ ਪੁੱਛਿਆ ਆਪਣੇ ਸੁਭਾਅ ਮੁਤਾਬਕ ਕਿ ਵੀ ਆਪਣੀ ਜ਼ਿੰਦਗੀ ਦੇ ਤਜਰਬੇ 'ਚੋਂ ਕੋਈ ਬਚਨ ਸੁਣਾਓ ਬਾਪੂ ਜੀ, ਕੋਈ ਹੱਡ ਬੀਤਿਆ ਸੁਣਾਓ। ਕਹਿਣ ਲੱਗੇ ਜਗ ਬੀਤੀਆਂ ਤਾਂ ਬੜੀਆਂ ਸਿੰਘਾ, ਪਰ ਹੱਡ ਬੀਤੀਆਂ ਸੁਣਾਉਂਦੇ ਇੱਕ ਦੋ। ਹੋਰ ਵੀ ਬਚਨ ਉਹਨਾਂ ਸੁਣਾਏ, ਪਰ ਇੱਕ ਇਹ ਸੁਣਾਇਆ ਵੀ ਇੱਕ ਵਾਰੀ ਮਹਾਂਪੁਰਸ਼ਾਂ ਨੇ ਇੱਥੇ ਪਿੰਡਰਾਂ ਵਿਖੇ ਲੰਗਰ ਦਾ ਜਥੇਦਾਰ ਮੈਨੂੰ ਬਣਾਤਾ, ਲਾਂਗਰੀ ਮੁੱਖ ਬਣਾਤਾ ਵੀ ਤੇਰੀ ਜ਼ਿੰਮੇਵਾਰੀ ਹੈ। ਤੇ ਆਪ ਉਹ ਪ੍ਰਚਾਰ ਦੌਰੇ ਤੇ ਗਏ ਸੀ ਤੇ ਮੈਨੂੰ ਚਿੰਤਾ ਬੜੀ ਸਤਾਇਆ ਕਰੇ ਤੇ ਕਦੇ ਸੰਗਤ 2 ਟਰੱਕ ਆ ਗਈ, ਕਿਧਰੋਂ ਪ੍ਰਸ਼ਾਦੇ ਨਾ ਮੁੱਕ ਜਾਣ, ਦਾਲ ਸਬਜ਼ੀ ਨਾ ਮੁੱਕ ਜਾਏ, ਇਹ ਤਾਂ ਫਲਾਣੀ ਚੀਜ਼ ਲਿਆਉਣ ਵਾਲੀ ਹੈ। ਤੇ ਮੈਂ ਸੋਚਣ ਲੱਗ ਪਿਆ ਵੀ ਇਹ ਤਾਂ ਸਿਆਪਾ ਹੀ ਗਲ ਪੈ ਗਿਆ, ਇਹ ਜ਼ਿੰਮੇਵਾਰੀ ਤੇ ਬੜਾ ਔਖਾ ਕੰਮ ਆ। ਕਹਿਣ ਨੂੰ ਤਾਂ ਸਾਰੇ ਜਥੇਦਾਰ ਜੀ, ਮੁੱਖ ਲਾਂਗਰੀ ਜੀ, ਸਿੰਘ ਜੀ ਸਤਿਕਾਰ ਕਰਦੇ ਨੇ, ਪਰ ਇਹ ਤਾਂ ਬੜਾ ਵੱਡਾ ਪੰਗਾ। ਇਸ ਤਰ੍ਹਾਂ ਸੋਚਦਾ ਸੀ। ਤੇ ਮਹਾਂਪੁਰਸ਼ ਜਦੋਂ ਆਏ ਬਾਹਰੋਂ ਪ੍ਰਚਾਰ ਦੌਰੇ ਤੋਂ, ਤੇ ਉਹ ਲੰਗਰ ਵਿੱਚ ਹੀ ਸਿੱਧੇ ਆ ਗਏ ਤੇ ਮੈਂ ਉਹਨਾਂ ਨੂੰ ਫਤਿਹ ਗਜਾਈ। ਜਦੋਂ ਫਤਿਹ ਗਜਾਈ ਤਾਂ ਕਹਿਣ ਲੱਗੇ, ਭਾਈ ਨਾਜਰ ਸਿੰਘ ਜੀ ਤੁਸੀਂ ਚਿੰਤਾ ਬੜੀ ਕਰਨ ਲੱਗ ਪਏ। ਕਹਿੰਦਾ ਜੀ ਮੈਂ ਕਿਹਾ ਜੀ ਆਹ ਜ਼ਿੰਮੇਵਾਰੀ ਜਿਹੜੀ ਤੁਸੀਂ ਮੇਰੇ ਗਲ ਪਾਤੀ ਆ, ਇਹਦਾ ਕਰਕੇ ਮੈਨੂੰ ਚਿੰਤਾ ਸੱਚ ਹੈ। ਤਾਂ ਮਹਾਂਪੁਰਸ਼ ਕਹਿੰਦੇ ਆਪਣੇ ਸੱਜੇ ਪਾਸੇ ਜਰਾ ਝਾਕ। ਕਹਿੰਦਾ ਵੀ ਜਦੋਂ ਮੈਂ ਆਪਣੇ ਸੱਜੇ ਪਾਸੇ ਥੋੜ੍ਹਾ ਜਿਹਾ ਵੇਖਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਦਾ ਦਰਸ਼ਨ ਹੋਇਆ ਤੇ ਮੇਰੇ ਨੇਤਰ ਬੰਦ ਹੋ ਗਏ। ਇਹਨਾਂ ਜਿਹੜਾ ਦਰਸ਼ਨਾਂ ਦੀ ਤਾਪ ਸੀ, ਤੇਜ ਪ੍ਰਤਾਪ, ਉਹ ਝੱਲਿਆ ਨਾ ਗਿਆ। ਮੇਰੇ ਨੇਤਰ ਬੰਦ ਹੋ ਗਏ, ਇੱਕਦਮ ਜੋ ਦਰਸ਼ਨ ਹੋਇਆ ਤੇ ਕਾਫੀ ਸਮਾਂ ਮੈਂ ਨੇਤਰ ਬੰਦ ਕਰਕੇ ਖੜਾ ਰਿਹਾ। ਫਿਰ ਮਹਾਂਪੁਰਸ਼ਾਂ ਨੇ ਮੈਨੂੰ ਮੋਢੇ ਤੋਂ ਹਿਲਾਇਆ, ਕਹਿਣ ਲੱਗੇ ਇਹ ਲੰਗਰ ਸਤਿਗੁਰਾਂ ਦਾ ਹੈ, ਨਾ ਤੇਰਾ ਨਾ ਮੇਰਾ। ਸਤਿਗੁਰੂ ਦੀ ਸੰਗਤ ਆਉਂਦੀ ਹੈ, ਸਤਿਗੁਰੂ ਦਾ ਲੰਗਰ ਵਰਤ ਰਿਹਾ। ਅੱਜ ਤੋਂ ਬਾਅਦ ਤੁਸੀਂ ਚਿੰਤਾ ਨਹੀਂ ਕਰਨੀ ਤੇ ਤੋਟ ਨਹੀਂ ਕਦੇ ਆਏਗੀ, ਫਿਕਰ ਨਹੀਂ ਕਰਨਾ ਕੋਈ ਵੀ, ਆਪਣੇ ਆਪ ਹੀ ਸਾਰਾ ਕੁਝ ਚੱਲੀ ਜਾਏਗਾ। ਸੋ ਇਸ ਪ੍ਰਕਾਰ ਇਹ ਮਨੁੱਖ ਕੇਵਲ ਦਿਖਾਵੇ ਮਾਤਰ ਦਿਸਦਾ ਵੀ ਕੁਛ ਪਰਿਵਾਰ ਨੂੰ ਲਿਆ ਕੇ ਦਿੰਦਾ, ਕੁਝ ਕਰਦਾ, ਇਹ ਪਾਤਰ ਪੁਤਲੀਆਂ ਨੇ। ਸਾਰੇ ਅਸੀਂ ਜਿਹੜੇ ਜੀਵ ਹਾਂ ਕਾਠ ਦੀਆਂ ਪੁਤਲੀਆਂ ਦੀ ਨਿਆਈ ਹਰਕਤ ਵਿੱਚ ਹਾਂ, ਪਰ ਕਰਨ ਕਰਾਵਣ ਹਾਰ ਦੇਣ ਵਾਲਾ ਪ੍ਰਮਾਤਮਾ ਹੀ ਹੈ। ਹਜ਼ੂਰ ਕਹਿੰਦੇ ਨੇ, ਹੇ ਮਨ ਕਾਹਦੇ ਵਾਸਤੇ ਤੂੰ ਭਉ ਕਰਿਆ, ਡਰ ਮਹਿਸੂਸ ਕਰਦਾ ਪ੍ਰਮਾਤਮਾ ਤੇ ਸਾਰਿਆਂ ਨੂੰ ਸਿਰਜ ਕੇ ਸਾਰਿਆਂ ਦਾ ਰਿਜ਼ਕ ਪਹੁੰਚਾ ਹੀ ਰਿਹਾ। ਜਿਵੇਂ ਬਚਨ ਹਨ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ, ਜਲ ਮੈਂ ਜੰਤੂ ਪਾਜਨ ਤਨਾ ਬਿਰੋਜੀ ਦੇ, ਉੱਥੇ ਹਟ ਨਾ ਚੱਲੇ ਨਾ ਕੋ ਗਰਸ ਕਰੇ, ਸੌਦਾ ਮੂਲ ਨਾ ਹੋਵੇ ਨਾ ਕੋ ਲਏ ਨਾ ਦੇ, ਔਰ ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਰਾ ਤਨਾ ਵਿਸਾਰ ਕਰੇ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ। ਫਿਰ ਅੱਗੇ ਬਚਨ ਕਰਦੇ ਦ੍ਰਿਸ਼ਟਾਂਤ ਦੇ ਰਹੇ ਨੇ, ਊਡੇ ਊਡ ਆਵੈ ਸੈ ਕੋਸਾ,
ਤਿਸ ਪਾਤਸ਼ਾਹ ਬਚਰੇ ਸ਼ਰਿਆ। ਦੇਖੋ ਪ੍ਰਮਾਤਮਾ ਨੇ ਕੂੰਜ ਦੇ ਅੰਦਰ ਸਿਮਰਨ ਸ਼ਕਤੀ ਕਿੱਡੀ ਪ੍ਰਬਲ ਪਾਈ ਹੈ। ਜਦੋਂ ਪਹਾੜਾਂ ਦੇ ਵਿੱਚ ਕੂੰਜਾਂ ਨੇ ਆਂਡੇ ਦਿੱਤੇ ਹੁੰਦੇ ਨੇ ਤੇ ਸਰਦੀਆਂ ਦੇ ਵਿੱਚ ਬਰਫ਼ ਪੈ ਜਾਂਦੀ ਹੈ ਤੇ ਇਹ ਕੂੰਜ ਪੰਛੀ ਜਿਹੜੇ ਬੜੀ ਲੰਬੀ ਉਡਾਰੀ ਇਹਨਾਂ ਦੀ, ਤੇ ਇਹ ਲੰਮੀਆਂ ਉਡਾਰੀਆਂ ਮਾਰ ਕੇ ਖੁਸ਼ਕ ਜਿਹੜੇ ਇਲਾਕੇ ਹਨ ਦੇਸ਼ ਉਧਰ ਚਲੇ ਜਾਂਦੀਆਂ। ਭਾਈ ਗੁਰਦਾਸ ਨੇ ਕਿਹਾ ਕੂੰਜ ਹਿਰਦੈ ਸਿਮਰਨ ਕਰੈ ਲੈ ਬੱਚਾ ਉੱਡਦੀ ਅਸਮਾਨ। ਕੈਸੀ ਪ੍ਰਮਾਤਮਾ ਨੇ ਸੁਰਤੀ ਬਖਸ਼ੀ ਹੈ। ਇਹ ਉੱਡਦੀਆਂ ਜਾਂਦੀਆਂ ਕੂੰਜਾਂ ਕਿਤੇ ਦੇਸ਼ ਵਿਦੇਸ਼ ਵਿੱਚ ਵਿਚਰਦੀਆਂ, ਇਹਨਾਂ ਦਾ ਧਿਆਨ ਉਹਨਾਂ ਆਂਡਿਆਂ 'ਚ ਹੁੰਦਾ। ਮਨ ਕਰਕੇ ਸਿਮਰਨ ਕਰਦੀ ਹੈ ਕੂੰਜ ਤੇ ਉਸ ਧਿਆਨ ਦੀ ਸ਼ਕਤੀ ਨਾਲ ਹੀ ਆਂਡਿਆਂ ਵਿੱਚੋਂ ਬੱਚੇ ਨਿਕਲਦੇ ਨੇ ਤੇ ਉਹ ਬੱਚੇ ਉੱਡ ਕੇ ਫਿਰ ਆਪਣੇ ਮਾਪਿਆਂ ਨੂੰ ਜਾ ਮਿਲਦੇ ਨੇ। ਸੋ ਇਸ ਪ੍ਰਕਾਰ ਕੱਛੂ ਅੰਡਾ ਧਿਆਨ ਧਰ ਕਰ ਪਰਪੱਕ ਨਦੀ ਵਿੱਚ ਆਣਾ, ਕੂੰਜ ਹਿਰਦੈ ਸਿਮਰਨ ਕਰੈ ਲੈ ਬੱਚਾ ਉੱਡਦੀ ਅਸਮਾਨ। ਸੋ ਹਜ਼ੂਰ ਕਹਿੰਦੇ ਨੇ ਕੂੰਜਾਂ ਉੱਡਦੀਆਂ ਹਨ, ਉੱਡ ਕੇ ਆ ਜਾਂਦੀਆਂ ਸੈਂਕੜੇ ਕੋਹਾਂ ਤੇ ਤਿਸ ਪਾਤਸ਼ਾਹ ਬਚਰੇ ਸ਼ਰਿਆ। ਉਹਨਾਂ ਨੇ ਆਪਣੇ ਬੱਚੇ ਪਿੱਛੇ ਛੱਡੇ ਹੋਏ ਨੇ। ਤਿੰਨ ਕਮਣ ਖਿਲਾਵਾ, ਉਹਨਾਂ ਬੱਚਿਆਂ ਨੂੰ ਕੌਣ ਕੋਈ ਭੋਜਨ ਆਦਿਕ ਖਵਾਉਂਦਾ ਹੈ ਜਾਂ ਖਿਲਾਵਾ ਖਡਾਉਂਦਾ ਕੌਣ ਉਹਨਾਂ ਬੱਚਿਆਂ ਨੂੰ, ਕਮਣ ਚੁਗਾਵਾ ਕੌਣ ਚੋਗਾ ਚੁਗਾਉਂਦਾ। ਮਨ ਮਹਿ ਸਿਮਰਨ ਕਰਿਆ, ਕੇਵਲ ਕੂੰਜਾਂ ਨੇ ਮਨ ਵਿੱਚ ਹੀ ਸਿਮਰਨ ਕੀਤਾ, ਚੇਤਾ ਕੀਤਾ, ਧਿਆਨ ਕੀਤਾ ਆਪਣੇ ਆਂਡਿਆਂ ਬੱਚਿਆਂ ਦਾ। ਸਭ ਨਿਧਾਨ ਦਸ ਅਸ਼ਟ ਸਿਧਾਨ। ਇਸ ਤਰ੍ਹਾਂ ਹੀ ਪ੍ਰਮਾਤਮਾ ਨੇ ਕੋਈ ਨਾ ਕੋਈ ਮਹਾਰਤ ਗੁਣ ਜੀਆਂ ਨੂੰ ਬਖਸ਼ਿਆ ਹੋਇਆ, ਆਹਰ ਬਖਸ਼ੇ ਹੋਏ ਨੇ। ਦੇਣ ਵਾਲਾ ਪ੍ਰਮਾਤਮਾ ਹੀ ਹੈ। ਤਾਂ ਹਜ਼ੂਰ ਕਹਿੰਦੇ ਨੇ ਸਾਰੇ ਨਿਧਾਨ ਖਜ਼ਾਨੇ 10 ਤੇ ਅਸ਼ਟ 8, ਅਸ਼ਟਨਾਮ 8 ਦਾ, 10 ਤੇ 8 18 ਸਿਧਾਨ ਸਿੱਧੀਆਂ, 18 ਪ੍ਰਕਾਰ ਦੀ ਸ਼ਕਤੀ ਤੇ 9 ਨਿਧੀਆਂ, ਅਸਨ ਬਸਨ ਮਕਰ ਇਤਿਆਦਿਕ, ਇਹ 9 ਨਿਧੀਆਂ ਹਨ। ਸਾਰਾ ਕੁਝ ਇਹਨਾਂ 'ਚ ਆ ਜਾਂਦਾ 9 ਨਿਧੀਆਂ 'ਚ, ਤੇ 18 ਸ਼ਕਤੀਆਂ ਹਨ। ਧਨ ਪਦਾਰਥ ਸਾਰਾ ਸਭ ਖਜ਼ਾਨੇ ਤੇ 18 ਸਿੱਧੀਆਂ। ਠਾਕੁਰ ਕਰ ਤਲ ਧਰਿਆ, ਠਾਕੁਰ ਮਾਲਕ ਨੇ ਹੱਥ ਦੀ ਤਲੀ ਤੇ ਸਾਰਾ ਕੁਝ ਰੱਖਿਆ ਹੋਇਆ, ਬਲਕਿ ਆਪਣੇ ਪਿਆਰਿਆਂ ਦੀ ਹੱਥ ਦੀ ਤਲੀ ਤੇ ਰੱਖਿਆ, ਜਿੱਥੇ ਮਰਜ਼ੀ ਵਰਤੋ। ਅਥਵਾ ਪ੍ਰਮਾਤਮਾ ਨੇ ਆਪਣੇ ਹੱਥ ਦੀ ਤਲੀ ਤੇ ਰੱਖਿਆ ਕਿ ਸੇਵਕ ਜਦੋਂ ਪਾਤਰ ਬਣੇ ਤੇ ਮੈਨੂੰ ਖਜ਼ਾਨੇ ਵਿੱਚੋਂ ਕੱਢਣ ਲੱਗਿਆਂ ਦੇਰੀ ਲੱਗੇਗੀ। ਪ੍ਰਮਾਤਮਾ ਦਾਤ ਦੇਣ ਨੂੰ ਐਡਾ ਕਾਹਲਾ ਕਿ ਉਹਨੇ 18 ਸਿੱਧੀਆਂ ਤੇ ਸਾਰੀਆਂ ਨਿਧੀਆਂ ਖਜ਼ਾਨੇ ਆਪਣੇ ਹੱਥ ਦੀ ਤਲੀ ਤੇ ਰੱਖੇ ਹੋਏ ਨੇ। ਜਿਵੇਂ ਇੱਕ ਕਵੀ ਨੇ ਇੱਕ ਵਾਰੀ ਕਵਿਤਾ ਬੋਲੀ ਸੀ ਕਿ ਦਾਤੇ ਨੂੰ ਤਾਂ ਚਾਅ ਰਹਿੰਦਾ ਦਾਤਾਂ ਵਰਤਾਉਣ ਦਾ, ਸਾਨੂੰ ਨਹੀਂ ਤਰੀਕਾ ਆਇਆ ਝੋਲੀਆਂ ਫੈਲਾਉਣ ਦਾ। ਪਰਮਾਤਮਾ ਦੇ ਦਾਤਾਂ ਦੇਣ ਵਾਸਤੇ ਤਤਪਰ ਹੈ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਮਨ ਬਾਣੀ ਸਰੀਰ ਕਰਕੇ ਸਦਾ ਸਦਾ ਵਾਸਤੇ ਬਲਿਹਾਰ ਜਾਈਏ ਵਾਹਿਗੁਰੂ ਜੀ। ਤੁਸੀਂ ਆਪ ਹੀ ਪੈਦਾ ਕੀਤਾ ਜੀਆਂ ਨੂੰ, ਸੰਭਾਲ ਵੀ ਆਪ ਕਰ ਰਹੇ ਹੋ। ਤੁਹਾਡਾ ਅੰਤ ਪਾਰਾਵਾਰ ਨਹੀਂ, ਨਾ ਉੜਕ ਹੈ ਨਾ ਉਰਾਰਲਾ ਤੇ ਪਾਰਲਾ ਗੰਢਾ ਕੋ ਲੱਭਦਾ। ਕਿੱਥੋਂ ਸ਼ੁਰੂ ਹੁੰਦੇ ਹੋ ਕਿੱਥੇ ਅੰਤ ਹੁੰਦਾ, ਐਸਾ ਨਹੀਂ ਹੋ ਸਕਦਾ। ਕੋਈ ਨਹੀਂ ਅਜੇ ਤੱਕ ਲੱਭ ਸਕਿਆ। ਨਾ ਤੁਹਾਡਾ ਕੋ ਅੰਤ ਨਾ ਪਾਰਾਵਾਰ। ਤੁਹਾਡੇ ਤੋਂ ਸਦਾ ਸਦਾ ਵਾਸਤੇ ਸੈਂਕੜੇ ਵਾਰੀ ਰੋਜ਼ ਬਾਰ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਣਾ ਚਾਹੀਦਾ ਹੈ। ਇਹ ਪਹਿਲੇ ਇਹ 5 ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਰਹਿ ਰਾਸ ਸਾਹਿਬ ਦੇ ਤੌਰ ਤੇ ਇਹ ਲਿਖਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਜਿਹੜੇ ਅਗਲੇ 4 ਸ਼ਬਦ ਹਨ, ਸੋ ਪੁਰਖ ਵਾਲਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਤੇ ਤੂੰ ਕਰਤਾ ਸਚਿਆਰ ਮੈਂਡਾ ਸਾਈਂ। ਆਸਾ ਮਹੱਲਾ ਪਹਿਲਾ ਤਿਤ ਸਰ ਵਰੜੈ ਭਈਲੇ ਨਿਵਾਸਾ, ਤੇ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦਿਉਰੀਆ। ਇਹ 4 ਸ਼ਬਦ ਫਿਰ ਦਮਦਮਾ ਸਾਹਿਬ ਵਾਲਾ ਜਿਹੜਾ ਸਰੂਪ ਲਿਖਵਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਇਹ ਵਾਧਾ ਕੀਤਾ ਸੀ। ਇਹ ਫਿਰ ਰਹਿ ਰਸ ਦੇ 9 ਸ਼ਬਦ ਬਣਾਉਂਦੇ ਸੀ। ਤੇ ਫਿਰ ਗੁਰਸਿੱਖਾਂ ਦੀ ਭਾਵਨਾ ਕਰਕੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੀ ਬਾਣੀ ਵੀ ਵਿੱਚ ਸ਼ਾਮਲ ਕੀਤੀ ਰਹਿ ਰਾਸ ਸਾਹਿਬ ਦੇ, ਤੇ ਫਿਰ ਆਨੰਦ ਸਾਹਿਬ। ਪਰ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵਿੱਚ ਪੰਚਮ ਪਾਤਸ਼ਾਹ ਦੇ ਇੱਥੋਂ ਤੱਕ ਇਹ 5 ਸ਼ਬਦ ਸੀ। ਜਿਹੜਾ ਕਰਤਾਰਪੁਰ ਸਾਹਿਬ ਵਾਲਾ ਸਰੂਪ ਹੈ ਭਾਈ ਗੁਰਦਾਸ ਜੀ ਤੋਂ ਲਿਖਵਾਇਆ, ਤੇ ਜਿਹੜਾ ਭਾਈ ਮਨੀ ਸਿੰਘ ਤੋਂ ਸਰੂਪ ਫਿਰ ਲਿਖਵਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਉਹਦੇ 4 ਸ਼ਬਦ ਹੋਰ ਆਸਾ ਰਾਗ ਚੋਂ ਲੈ ਕੇ ਤੇ 9 ਸ਼ਬਦਾਂ ਦਾ ਰਹਿ ਰਾਸ ਦਾ ਪਾਠ ਗੁਰੂ ਗ੍ਰੰਥ ਸਾਹਿਬ ਵਿੱਚ ਦਮਦਮਾ ਸਾਹਿਬ ਲਿਖਵਾਇਆ ਸੀ। ਸੋ ਇਸ ਪ੍ਰਕਾਰ ਇਸ ਤੋਂ ਅੱਗੇ ਹੁਣ ਸੋ ਪੁਰਖ ਤੋਂ ਸ਼ੁਰੂ ਹੋਣਗੇ ਉਹ ਅਗਲੇ ਸ਼ਬਦ।
ਅੱਜ ਦੀ ਵਿਚਾਰ ਕਰਦਿਆਂ ਬੇਅੰਤ ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।